1100 ਅਸਾਮੀਆਂ ਦੇ ਪਿੱਛੇ ਗਿਣਤੀ 2,33,000 ਨੌਜਵਾਨਾਂ ਦੀ ਵੇਖੀ ਤਾਂ हैरानी ਦੀ ਹੱਦ ਨਾ ਰਹੀ, ਕਿਉਂਕਿ ਅਸੀਂ ਅਕਸਰ ਗੱਲਾਂ ਕਰਦੇ ਰਹਿੰਦੇ ਹਾਂ ਕਿ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦੀ ਮਾਰ ਹੈ। ਬਹੁਤ ਸਾਰੇ ਨੌਜਵਾਨ ਨੇ ਜਿਨ੍ਹਾਂ ਨੂੰ ਕੋਈ ਰਸਤਾ ਨਹੀਂ ਲੱਭਦਾ ਤੇ ਆਖਿਰਕਾਰ ਉਹਨਾਂ ਨੂੰ ਵਿਦੇਸ਼ਾਂ ਜਾਣਾ ਪੈਂਦਾ ਹੈ, ਏਜੰਟ ਦੀਆਂ ਠੱਗੀਆਂ ਦਾ ਸ਼ਿਕਾਰ ਹੁੰਦੇ ਨੇ। ਬਹੁਤ ਸਾਰੀਆਂ ਗੱਲਾਂ ਅਸੀਂ ਕਰਦੇ ਰਹੇ ਹਾਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਸ਼ੋਅਜ਼ ਦੇ ਵਿੱਚ। ਪਰ ਜਦੋਂ ਇਸ ਖਬਰ ਦੇ ਬਾਰੇ ਜਾਣਿਆ ਜਾਂ ਇਹ ਖਬਰ ਮਿਲੀ ਤਾਂ ਵਾਕਿਆ ਇਹ ਲੂਕ ਖੰਡੇ ਕਰ ਦੇਣ ਵਾਲੀ ਖਬਰ ਸੀ ਕਿ ਪੰਜਾਬ ਦੀ ਨੌਜਵਾਨੀ ਕਿਸ ਕਦਰ ਬੇਰੁਜ਼ਗਾਰੀ ਦੀ ਮਾਰ ਚੱਲ ਰਹੀ ਹੈ। ਕਮਲ, ਇਸ ਖਬਰ ਨੂੰ ਆਪਾਂ ਦੋ ਰੂਪਾਂ ਦੇ ਵਿੱਚ ਲੈ ਸਕਦੇ ਹਾਂ। ਪਹਿਲਾ ਪੱਖ ਤਾਂ ਇਹ ਆ ਕਿ ਜਿਹੜੀ ਤੁਸੀਂ ਗੱਲ ਕਹੀ ਆ ਕਿ ਬੇਰੁਜ਼ਗਾਰੀ, ਨੋ ਡਾਊਟ ਕਿ ਜਿਹੜੀ ਬੇਰੁਜ਼ਗਾਰੀ ਇੱਕ ਬਹੁਤ ਵੱਡੀ ਸਮੱਸਿਆ ਹੈ। ਪੰਜਾਬ ਹੀ ਨਹੀਂ, ਸਮੁੱਚਾ ਭਾਰਤ ਵਿੱਚ ਹੀ ਜਿਹੜੀ ਬੇਰੁਜ਼ਗਾਰੀ ਆ ਇੱਕ ਬਹੁਤ ਵੱਡੀ ਸਮੱਸਿਆ ਬਣ ਕੇ ਉੱਭਰ ਰਹੀ ਹੈ। ਕਿਸੇ ਵੀ ਸਰਕਾਰ ਦੇ ਕੋਲ, ਕਿਸੇ ਵੀ ਸੂਬੇ ਦੇ ਕੋਲ ਨੌਜਵਾਨਾਂ ਵਾਸਤੇ ਕੋਈ ਲੈਨ ਐਕਸ਼ਨ ਜਾਂ ਜਿਹੜਾ ਨੌਜਵਾਨਾਂ ਦਾ ਭਵਿੱਖ ਆ ਉਹ ਕਿਵੇਂ ਬਣਾਉਣਾ, ਨੌਜਵਾਨਾਂ ਨੂੰ ਰੁਜ਼ਗਾਰ ਕਿਵੇਂ ਮੁਹੱਈਆ ਕਰਵਾਉਣਾ, ਉਹਦੇ ਵਾਸਤੇ ਕੋਈ ਮਾਪਦੰਡ ਨਹੀਂ ਹੈ। ਤੇ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇੱਕ ਵੱਡਾ ਸਵਾਲ ਚੁੱਕਿਆ ਪੰਜਾਬ ਸਰਕਾਰ ਤੇ ਕਿ ਕਕਾਰ ਲਾਹੇ ਜਾਣ ਦਾ ਕੋਈ ਮਤਲਬ ਨਹੀਂ। ਔਰ ਦੂਜਾ, ਜਥੇਦਾਰ ਅਕਾਲ ਤਖਤ ਸਾਹਿਬ ਕਹਿੰਦੇ ਨੇ ਕਿ ਜੇ ਕਿਸੇ ਹੋਰ ਸਟੇਟ ਦੇ ਵਿੱਚ ਇਹੋ ਜਿਹਾ ਹੋਵੇ ਤਾਂ ਮੰਨ ਸਕਦੇ ਆ, ਉਹਨਾਂ ਨੂੰ ਨਹੀਂ ਸਿੱਖ ਸਿਧਾਂਤਾਂ ਦਾ ਪਤਾ ਹੁੰਦਾ। ਜਦੋਂ ਸਰਕਾਰ ਵੀ ਸਿੱਖ ਹੋਵੇ ਔਰ ਸੂਬਾ ਵੀ ਸਭ ਤੋਂ ਵੱਡਾ ਸਿੱਖ ਕਮਿਊਨਿਟੀ ਦੇ ਨਾਲ ਸੰਬੰਧਿਤ ਹੋਵੇ, ਉੱਥੇ ਇਹੋ ਜਿਹੀਆਂ ਘਟਨਾਵਾਂ ਹੋਣੀਆਂ, ਖਾਸ ਤੌਰ ਤੇ ਚੰਡੀਗੜ੍ਹ ਰਾਜਧਾਨੀ ਆ, ਇਹ ਬਿਲਕੁਲ ਵਾਜਿਬ ਨਹੀਂ ਆ। ਇਹ ਬਿਲਕੁਲ ਨਿੰਦਣਯੋਗ ਗੱਲ ਹੈ। ਬਿਲਕੁਲ ਆਪਣਾ ਕਮਲ, ਇਹ ਗੱਲਾਂ ਜਿਹੜੀਆਂ ਪੰਜਾਬ ਦੇ ਵਿੱਚ ਭਾਵੇਂ ਕਿ ਜਿਹੜਾ ਟੈਸਟ ਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਉਹ ਲਿਆ ਗਿਆ, ਪੰਜਾਬ 'ਚ ਵੀ ਲਿਆ, ਜਿੱਥੇ ਜਿੱਥੇ ਵੱਡੇ ਵਿਦਿਅਕ ਅਦਾਰੇ ਸੀਗੇ ਉੱਥੇ ਇਹਨਾਂ ਦੇ ਜਿਹੜੇ ਪ੍ਰੀਖਿਆ ਕੇਂਦਰ ਆ, ਸੈਂਟਰ ਆ, ਉਹ ਬਣੇ ਨੇ। ਇਹ ਅਕਸਰ ਜਿਹੜੀਆਂ ਰਿਪੋਰਟਾਂ ਹੈ ਪੰਜਾਬ ਦੇ ਵਿੱਚੋਂ ਜਿਹੜੇ ਨੌਜਵਾਨ ਟੈਸਟ ਦੇਣ ਆਉਂਦੇ ਨੇ, ਉਹਨਾਂ ਦੇ ਜਿਹੜੇ ਜਦੋਂ ਪ੍ਰੀਖਿਆ ਦੇ ਕੇਂਦਰ ਦੇ ਵਿੱਚ ਬੈਠਦੇ ਨੇ, ਉਹਨਾਂ ਦੇ ਜਿਹੜੇ ਕੜੇ ਆ ਉਹ ਲਹਾਏ ਜਾਂਦੇ ਨੇ, ਜਾਂ ਬੂਟ ਲਹਾਏ ਜਾਂਦੇ ਨੇ, ਜਰਾਬਾਂ ਲਹਾਈਆਂ ਜਾਂਦੀਆਂ ਨੇ, ਜਾਂ ਜਿਹੜੀਆਂ ਮੁੰਦੀਆਂ ਇੱਥੋਂ ਤੱਕ ਉਹ ਵੀ ਲਹਾਈਆਂ ਜਾਂਦੀਆਂ ਨੇ। ਖਾਸ ਕਰਕੇ ਇਹ ਉਦੋਂ ਹੁੰਦਾ ਹੈ ਜਦੋਂ ਕੋਈ ਵੱਡਾ, ਜਿਵੇਂ IAS ਵਾਸਤੇ, PCS ਵਾਸਤੇ, ਜਾਂ ਵੱਡੇ ਤੁਸੀਂ ਕੋਈ ਟੈਸਟ ਦਿੰਦੇ ਆ ਬਹੁਤ ਆ, ਉੱਥੇ ਜਿਹੜੀਆਂ ਉਹ ਰੁਕਾਏ ਜਾਂਦੇ ਨੇ, ਸਮਾਨ ਆ ਜਿਹੜਾ ਤੁਸੀਂ ਪਹਿਨਿਆ ਹੋਇਆ ਉਹਨੂੰ ਰਿਮੂਵ ਕਰਵਾਇਆ ਜਾਂਦਾ ਵੀ ਥੋੜ੍ਹੀ ਦੇਰ ਵਾਸਤੇ। ਪਿਛਲੀ ਅਕਾਲੀ ਭਾਜਪਾ ਸਰਕਾਰ ਦੀ ਉਦੋਂ ਵੀ ਇਹ ਮਸਲੇ ਉੱਠਦੇ ਰਹੇ ਨੇ, ਉਦੋਂ ਵੀ ਇਹ ਗੱਲਾਂ ਉੱਠਦੀਆਂ ਰਹੀਆਂ ਨੇ। ਇਸ ਕਰਕੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਆ। ਸਰਕਾਰਾਂ ਨਾਲ ਜਾਂ ਜਿਹੜੀਆਂ ਟੈਸਟ ਲੈਣ ਵਾਲੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਨੇ, ਉਹਨਾਂ ਨਾਲ ਬਿਠਾਲ ਕੇ ਬੈਠ ਕੇ ਇੱਕ ਇਹ ਗੱਲ ਉਹਨਾਂ ਨੂੰ ਸਮਝਾ ਲੈਣੀ ਚਾਹੀਦੀ ਹੈ ਕਿ ਇਹ ਸਿੱਖ ਧਰਮ ਦੀ ਇੱਕ ਪਰੰਪਰਾ ਹੈ, ਸਿੱਖ ਧਰਮ ਦੀ ਇੱਕ ਰਵਾਇਤ ਆ, ਸਿੱਖ ਧਰਮ ਦੇ ਇਹ ਚਿੰਨ੍ਹ ਨੇ, ਇਹਨਾਂ ਨਾਲ ਤੁਸੀਂ ਲਹਾ ਨਹੀਂ ਸਕਦੇ। ਇਹਦੇ ਨਾਲ ਜਿਹੜੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਦੀ ਹੈ, ਜਿੰਨਾ ਵਿਵਾਦ ਆ ਜਿਹੜਾ ਖੜਾ ਹੋ ਸਕਦਾ। ਗੁਰਨਾਮ ਸਿੰਘ ਚੜੂਨੀ ਜਿਹੜੇ ਹਰਿਆਣਾ ਦੇ ਕਿਸਾਨ ਆਗੂ ਨੇ, ਉਹਨਾਂ ਨੇ ਸੰਯੁਕਤ ਕਿਸਾਨ ਮੋਰਚਾ ਦੇ ਉੱਤੇ ਕੁਝ ਸਵਾਲ ਚੁੱਕੇ ਨੇ ਕਿ ਉਹਨਾਂ ਨੇ ਕਿਹਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਦੇ ਜਿਹੜੇ ਆਗੂ ਨੇ ਉਹਨਾਂ ਦੇ ਨਾਲ ਸਹਿਯੋਗ ਨਹੀਂ ਕਰ ਰਹੇ, ਉਹਨਾਂ ਦੇ ਨਾਲ ਵਿਤਕਰਾ ਕਰ ਰਹੇ ਨੇ। ਸੋ ਬਹੁਤ ਸਾਰੇ ਸਵਾਲ ਉਹਨਾਂ ਵੱਲੋਂ ਚੁੱਕੇ ਗਏ ਨੇ ਤੇ ਉਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਜਿਹੜਾ ਹੈ ਇਸ ਮਾਮਲੇ ਨੂੰ ਸੰਭਾਲਣ ਦੀ ਜਿਹੜੀ ਕੋਸ਼ਿਸ਼ ਹੈ ਜ਼ਰੂਰ ਕਰ ਰਿਹਾ ਹੈ, ਕਿਉਂਕਿ ਜਿਹੜੇ ਬਲਬੀਰ ਸਿੰਘ ਰਾਜੇਵਾਲ ਨੇ ਉਹਨਾਂ ਵੱਲੋਂ ਇੱਕ ਕਮੇਟੀ ਬਣਾਈ ਗਈ ਹੈ ਜਿਹੜੇ ਗੁਰਨਾਮ ਸਿੰਘ ਚੜੂਨੀ ਦਾ ਜਿਹੜਾ ਗੁੱਸਾ ਹੈ ਉਸ ਦੇ ਬਾਰੇ ਜਾਣਨਗੇ ਕਿ ਕੀ ਵਜ੍ਹਾ ਰਹੀ ਹੈ ਔਰ ਉਹਨਾਂ ਦੇ ਨਾਲ ਗੱਲਬਾਤ ਕਰਨਗੇ। ਕੀ ਲੱਗਦਾ ਸਰ, ਇਹ ਮਸਲਾ ਸੁਲਝ ਜਾਏਗਾ? ਦੇਖੋ, ਕਿਸਾਨੀ ਮਸਲੇ ਦਾ ਜਿਹੜਾ ਆਪਸੀ ਇਹਨਾਂ ਦੇ ਜਿਹੜੇ ਮਤਭੇਦ ਆ ਉਹ ਆਪਾਂ ਪਹਿਲਾਂ ਵੀ ਕਈ ਵਾਰੀ ਜ਼ਿਕਰ ਕਰ ਚੁੱਕੇ ਆ ਕਿ ਜਿਹੜੇ ਕਿਸਾਨ ਆਗੂ ਨੇ ਇਹਨਾਂ ਨੂੰ ਆਪਸੀ ਜਿਹੜੇ ਮਤਭੇਦ ਆ ਉਹ ਦੂਰ ਕਰਨ ਦੀ ਜ਼ਰੂਰਤ ਹੈ। ਸਾਡੇ ਜਿਹੜੇ ਸਰਦਾਰ ਗੁਰਨਾਮ ਸਿੰਘ ਚੜੂਨੀ ਨੇ, ਇਹਨਾਂ ਨੇ ਇੱਕੋ ਗੱਲ ਦੀ ਰੱਟ ਲਾਈ ਹੋਈ ਆ ਕਿ ਜਿਹੜੀ ਤੁਹਾਨੂੰ ਖੁਦ ਇਲੈਕਸ਼ਨ ਲੜਨ ਤੋਂ ਬਗੈਰ, ਚੋਣਾਂ ਵਿੱਚ ਉਤਰਨ ਤੋਂ ਬਗੈਰ, ਆਪਣੀ ਸਰਕਾਰ ਬਣਾਏ ਤੋਂ ਬਗੈਰ ਤੁਹਾਡਾ ਕੋਈ ਚਾਰਾ ਨਹੀਂ। ਇਸ ਕਰਕੇ ਤੁਹਾਨੂੰ ਇਲੈਕਸ਼ਨਾਂ ਜਿਹੜਾ ਲੜਨਾ ਚਾਹੀਦਾ। ਪਰ ਜਿਹੜੀਆਂ ਬਾਕੀ ਦੀਆਂ ਧਿਰਾਂ ਨੇ, ਸੰਯੁਕਤ ਕਿਸਾਨ ਮੋਰਚਾ ਦੇ ਜਿਹੜੇ ਹੋਰ ਆਗੂ ਨੇ, ਉਹ ਚਾਹੁੰਦੇ ਨੇ ਕਿ ਸਾਨੂੰ ਇਲੈਕਸ਼ਨ ਨਹੀਂ ਲੜਨਾ ਚਾਹੀਦਾ, ਜਿਹਦੇ ਨਾਲ ਸਾਡੇ ਜਿਹੜੇ ਅਸਲੀ ਮੁੱਦੇ ਨੇ, 3 ਖੇਤੀ ਕਾਨੂੰਨ ਜਾਂ ਕਿਸਾਨਾਂ ਦੀਆਂ ਹੋਰ ਸਮੱਸਿਆਵਾਂ ਦੇ ਜਿਹੜੇ ਮਸਲੇ ਨੇ ਉਹ ਡੀਰੇਲ ਹੋ ਜਾਣਗੇ। ਸਤਿ ਸ਼੍ਰੀ ਅਕਾਲ, ਪੰਜਾਬ ਸਟਾਰ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਮਲਰੀਤ ਕੌਰ, ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ।
ਸਪੈਸ਼ਲ ਰਿਪੋਰਟ ਦੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਵੱਲ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵੱਲ ਬੱਸਾਂ ਭਰ ਕੇ ਆਈਆਂ ਤੇ ਬੱਸਾਂ ਦੇ ਵਿੱਚ ਵਧੇਰੇ ਗਿਣਤੀ ਸੀ ਨੌਜਵਾਨਾਂ ਦੀ। ਇੱਕ ਖਾਸ ਉਮਰ ਵਰਗ ਦੇ ਨੌਜਵਾਨ ਮੁੰਡੇ ਕੁੜੀਆਂ ਚੰਡੀਗੜ੍ਹ ਆਏ ਪੰਜਾਬ ਦੀ ਰਾਜਧਾਨੀ ਦੇ ਵਿੱਚ। ਮਕਸਦ ਸੀ ਪਟਵਾਰੀ ਦੀ ਭਰਤੀ ਖੁੱਲੀ ਹੈ ਤੇ ਉਸ ਦੇ ਲਈ ਜਿਹੜੇ ਟੈਸਟ ਦੇਣ ਆਏ ਸੀ। ਪੰਜਾਬ ਸਰਕਾਰ ਦੇ ਵੱਲੋਂ ਪਟਵਾਰੀ ਜਿਹੜੀ ਪੋਸਟ ਹੈ ਉਸ ਦੇ ਲਈ ਭਰਤੀ ਖੋਲੀ ਗਈ ਸੀ ਔਰ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਬੱਸਾਂ ਦੀਆਂ ਬੱਸਾਂ ਭਰ ਕੇ ਚੰਡੀਗੜ੍ਹ ਪਹੁੰਚੀਆਂ। ਹੈਰਾਨ ਹੋਵੋਗੇ ਤੁਸੀਂ ਇਹ ਖਬਰ ਸੁਣ ਕੇ, ਇਹ ਗੱਲ ਸੁਣ ਕੇ, ਜਦੋਂ 1100 ਅਸਾਮੀਆਂ ਸੀ, ਯਾਨੀ ਕਿ ਜਿਹੜੀ ਪੋਸਟਾਂ ਸੀ ਸਿਰਫ 1100 ਸੀ ਔਰ ਜਿਹੜੇ ਟੈਸਟ ਦੇਣ ਪਹੁੰਚੇ ਸੀ ਮੁੰਡੇ ਕੁੜੀਆਂ ਉਹਨਾਂ ਦੀ ਗਿਣਤੀ ਸੀ 2,33,000। ਹੁਣ ਤੁਸੀਂ ਇਸ ਤੋਂ ਖੁਦ ਅੰਦਾਜ਼ਾ ਲਗਾ ਲਓ ਕਿ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਬੇਰੁਜ਼ਗਾਰੀ ਦੀ ਜਿਹੜੀ ਮਾਰ ਹੈ ਨੌਜਵਾਨਾਂ ਨੂੰ ਝੱਲਣੀ ਪੈ ਰਹੀ ਹੈ। ਜਦੋਂ 1100 ਅਸਾਮੀਆਂ ਹੋਣ ਤੇ 2 ਲੱਖ ਨੌਜਵਾਨ ਮੁੰਡੇ ਕੁੜੀਆਂ ਉਸ ਨੌਕਰੀ ਦੇ ਲਈ ਟੈਸਟ ਦੇਣ ਪਹੁੰਚੇ ਹੋਣ, ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਖਬਰ, ਸਰਕਾਰਾਂ ਦੀਆਂ ਨੀਤੀਆਂ ਦੇ ਉੱਤੇ ਇੱਕ ਬਹੁਤ ਵੱਡਾ ਸਵਾਲ ਹੈ। ਇਸ ਖਬਰ ਦੇ ਉੱਤੇ ਵਿਸਥਾਰਪੂਰਵਕ ਚਰਚਾ ਕਰਾਂਗੇ। ਇਸ ਖਬਰ ਦੇ ਨਾਲ ਇੱਕ ਵਿਵਾਦ ਵੀ ਜੁੜਿਆ ਹੈ, ਖਾਸ ਤੌਰ ਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਲੈ ਕੇ ਇੱਕ ਵਿਵਾਦ ਜੁੜਿਆ, ਉਸ ਦੇ ਬਾਰੇ ਵੀ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜੈ ਸਿੰਘ ਛਿੱਪਰ। ਸਰ, ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਕਮਲ ਜੀ। ਸਰ, ਮੈਂ ਜ਼ਿਕਰ ਕੀਤਾ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਪਹੁੰਚੇ, ਪਟਵਾਰੀ ਦੀ ਭਰਤੀ ਦੇ ਲਈ ਟੈਸਟ ਦੇਣ ਪਹੁੰਚੇ। ਕੋਈ ਵੱਡੀ ਗੱਲ ਨਹੀਂ ਹੈ, ਟੈਸਟ ਹੁੰਦੇ ਰਹਿੰਦੇ ਨੇ ਨੌਕਰੀਆਂ ਦੇ ਲਈ, ਪਰ ਜਦੋਂ 1100 ਅਸਾਮੀਆਂ ਦੇ ਪਿੱਛੇ ਗਿਣਤੀ 2,33,000 ਨੌਜਵਾਨਾਂ ਦੀ ਵੇਖੀ ਤਾਂ ਹੈਰਾਨੀ ਦੀ ਹੱਦ ਨਾ ਰਹੀ, ਕਿਉਂਕਿ ਅਸੀਂ ਅਕਸਰ ਗੱਲਾਂ ਕਰਦੇ ਰਹਿੰਦੇ ਹਾਂ ਕਿ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦੀ ਮਾਰ ਹੈ। ਬਹੁਤ ਸਾਰੇ ਨੌਜਵਾਨ ਨੇ ਜਿਨ੍ਹਾਂ ਨੂੰ ਕੋਈ ਰਸਤਾ ਨਹੀਂ ਲੱਭਦਾ ਤੇ ਆਖਿਰਕਾਰ ਉਹਨਾਂ ਨੂੰ ਵਿਦੇਸ਼ਾਂ ਜਾਣਾ ਪੈਂਦਾ ਹੈ, ਏਜੰਟ ਦੀਆਂ ਠੱਗੀਆਂ ਦਾ ਸ਼ਿਕਾਰ ਹੁੰਦੇ ਨੇ। ਬਹੁਤ ਸਾਰੀਆਂ ਗੱਲਾਂ ਅਸੀਂ ਕਰਦੇ ਰਹੇ ਹਾਂ ਵੱਖ-ਵੱਖ ਸਮੇਂ ਤੇ, ਵੱਖ-ਵੱਖ ਸ਼ੋਅਜ਼ ਦੇ ਵਿੱਚ। ਪਰ ਜਦੋਂ ਇਸ ਖਬਰ ਦੇ ਬਾਰੇ ਜਾਣਿਆ ਜਾਂ ਇਹ ਖਬਰ ਮਿਲੀ ਤਾਂ ਵਾਕਿਆ ਇਹ ਲੂ ਖੰਡੇ ਕਰ ਦੇਣ ਵਾਲੀ ਖਬਰ ਸੀ ਕਿ ਪੰਜਾਬ ਦੀ ਨੌਜਵਾਨੀ ਕਿਸ ਕਦਰ ਬੇਰੁਜ਼ਗਾਰੀ ਦੀ ਮਾਰ ਚੱਲ ਰਹੀ ਹੈ। ਕਮਲ, ਇਸ ਖਬਰ ਨੂੰ ਆਪਾਂ 2 ਰੂਪਾਂ ਦੇ ਵਿੱਚ ਲੈ ਸਕਦੇ ਹਾਂ। ਪਹਿਲਾ ਪੱਖ ਤਾਂ ਇਹ ਆ ਕਿ ਜਿਹੜੀ ਤੁਸੀਂ ਗੱਲ ਕਹੀ ਆ ਕਿ ਬੇਰੁਜ਼ਗਾਰੀ, ਨੋ ਡਾਊਟ ਕਿ ਜਿਹੜੀ ਬੇਰੁਜ਼ਗਾਰੀ ਇੱਕ ਬਹੁਤ ਵੱਡੀ ਸਮੱਸਿਆ ਹੈ। ਪੰਜਾਬ ਹੀ ਨਹੀਂ, ਸਮੁੱਚਾ ਭਾਰਤ ਵਿੱਚ ਹੀ ਜਿਹੜੀ ਬੇਰੁਜ਼ਗਾਰੀ ਆ ਇੱਕ ਬਹੁਤ ਵੱਡੀ ਸਮੱਸਿਆ ਬਣ ਕੇ ਉੱਭਰ ਰਹੀ ਹੈ। ਕਿਸੇ ਵੀ ਸਰਕਾਰ ਦੇ ਕੋਲ, ਕਿਸੇ ਵੀ ਸੂਬੇ ਦੇ ਕੋਲ ਨੌਜਵਾਨਾਂ ਵਾਸਤੇ ਕੋਈ ਲਾਈਨ ਆਫ ਐਕਸ਼ਨ ਜਾਂ ਜਿਹੜਾ ਨੌਜਵਾਨਾਂ ਦਾ ਭਵਿੱਖ ਆ ਉਹ ਕਿਵੇਂ ਬਣਾਉਣਾ, ਨੌਜਵਾਨਾਂ ਨੂੰ ਰੁਜ਼ਗਾਰ ਕਿਵੇਂ ਮੁਹੱਈਆ ਕਰਵਾਉਣਾ, ਉਹਦੇ ਵਾਸਤੇ ਕੋਈ ਮਾਪਦੰਡ ਨਹੀਂ ਹੈ, ਕੋਈ ਪਲਾਨ ਨਹੀਂ ਬਣਾਇਆ ਹੋਇਆ। ਜਿਸ ਕਰਕੇ ਇਹੀ ਕਾਰਨ ਹੈ ਕਿ ਅੱਜ ਜਿਹੜੇ ਪੜ੍ਹੇ ਲਿਖੇ ਨੌਜਵਾਨ ਆ ਜਹਾਜ਼ ਭਰ ਕੇ ਵਿਦੇਸ਼ਾਂ ਵੱਲ ਜਾ ਰਹੇ ਆ। ਇੱਕ ਤਾਂ ਆਪਾਂ ਆਪਣੀ ਗੱਲ ਪੰਜਾਬ ਦੀ ਗੱਲ ਕਰੀਏ, ਇੱਕ ਤਾਂ ਬੇਰੁਜ਼ਗਾਰੀ ਆ, ਦੂਜੀ ਜਿਹੜਾ ਮੌਜੂਦਾ ਸਿਸਟਮ ਆ ਉਹ ਤੋਂ ਵੀ ਜਿਹੜੀ ਨੌਜਵਾਨ ਪੀੜ੍ਹੀ ਹੈ ਕਿਤੇ ਨਾ ਕਿਤੇ ਤੰਗ ਆ ਚੁੱਕੀ ਆ ਕਿ ਇੱਥੇ ਆਨਲਾਈਨ ਦੇ ਨਾਂ ਤੇ ਜਾਂ ਕਿਸੇ ਨਾ ਕਿਸੇ ਤਰ੍ਹਾਂ ਭ੍ਰਿਸ਼ਟਾਚਾਰ ਆ, ਸਹੀ ਸੁਣਵਾਈ ਨਹੀਂ ਹੋ ਰਹੀ, ਚੰਗੇ ਬੰਦਾ ਜਿਹੜਾ ਇਮਾਨਦਾਰ ਆ ਉਹਨੂੰ ਰੋਲਿਆ ਜਾ ਰਿਹਾ, ਜਿਹੜੇ ਬੇਈਮਾਨ ਆ ਠੱਗੀ ਠੋਰੀ ਕਰਨ ਵਾਲੇ ਆ ਉਹਦਾ ਵੱਧ ਸੁਣਿਆ ਜਾ ਰਿਹਾ। ਦਫ਼ਤਰਾਂ ਦੇ ਵਿੱਚ ਜਾਓ ਤੁਸੀਂ, ਉੱਥੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈਗਾ। ਇਸ ਤਰ੍ਹਾਂ ਬਹੁਤ ਪੜ੍ਹੇ ਲਿਖੇ ਨੌਜਵਾਨ ਵੀ, ਡਿਗਰੀਆਂ ਵਾਲੇ ਵੀ, ਜਿਨ੍ਹਾਂ ਨੇ ਇੰਜੀਨੀਅਰਿੰਗ ਵੀ ਕੀਤੀ ਹੋਈ ਆ, ਉਹ ਵੀ ਅੱਜ ਬਹੁਤ ਛੋਟੀ ਮਾਮੂਲੀ ਤਨਖਾਹਾਂ ਪਰ ਨੌਕਰੀਆਂ ਕਰਨ ਨੂੰ ਮਜਬੂਰ ਆ। ਆਪਾਂ ਦੇਖਦੇ ਆ ਕਿਵੇਂ ਜਿਨ੍ਹਾਂ ਨੇ ਇੰਜੀਨੀਅਰਿੰਗ ਕੀਤੀ ਹੋਈ ਆ ਜਾਂ ਕਿਤੇ ਚਾਹੇ ਉਹ ਮਕੈਨੀਕਲ ਇੰਜੀਨੀਅਰਿੰਗ ਆ, ਚਾਹੇ ਸਿਵਲ ਇੰਜੀਨੀਅਰਿੰਗ ਆ, ਚਾਹੇ ਬੀਟੈਕ, ਕੁਛ ਵੀ ਉਹਨਾਂ ਨੇ ਕੀਤਾ ਹੋਇਆ, ਉਹ 10,000 ਤੋਂ ਲੈ ਕੇ 15,000 20,000 ਰੁਪਏ ਪਰ ਮੰਥ ਤੱਕ ਦੀ ਨੌਕਰੀ ਕਰ ਰਹੇ ਨੇ। ਠੀਕ ਆ ਵੀ ਜਿੱਥੇ ਉਹ ਕੋਈ ਚੰਗੀ ਕੰਪਨੀ ਆ ਉਹਦੇ 'ਚ ਜਿਹੜੇ ਪੁਰਾਣੇ ਲੱਗੇ ਹੋਇਆ ਉਹਨਾਂ ਨੂੰ ਵੱਧਦਾ ਜਿਹੜਾ ਪੈਕੇਜ ਉਹ ਵੀ ਮਿਲ ਰਿਹਾ। ਕਿਤੇ ਨਾ ਕਿਤੇ ਪਿਛਲੇ ਸਮੇਂ ਦੇ ਦੌਰਾਨ ਜਿੱਥੇ ਸਾਡੇ ਸਿੱਖਿਆ ਦੇ ਖੇਤਰ 'ਚ ਵੀ ਨਿਘਾਰ ਆਇਆ, ਉੱਥੇ ਜਿਹੜੀ ਬੇਰੁਜ਼ਗਾਰੀ ਦੀ ਜਿਹੜੀ ਬਹੁਤਾਤ ਆ ਉਹ ਵੀ ਵਧੀ ਆ। ਤੇ ਨਾਲ ਦੀ ਨਾਲ ਇਹਦਾ ਜੇ ਆਪਾਂ ਦੂਜਾ ਪੱਖ ਇਹ ਦੇਖੀਏ, ਉਹ ਇਹ ਆ ਕਿ ਹਰ ਕੋਈ ਜਿਹੜਾ ਵਿਅਕਤੀ ਆ ਉਹ ਇਹ ਚਾਹੁੰਦਾ ਕਿ ਮੈਨੂੰ ਵਾਈਟ ਕਾਲਰ ਜਿਹੜੀ ਜੌਬ ਆ ਉਹ ਮਿਲੇ, ਚਾਹੇ ਤੁਸੀਂ ਆ ਚਾਹੇ ਮੈਂ ਆ,
ਮੈਂ ਤਾਂ ਚਲੋ ਮੈਨੂੰ ਮਿਲ ਰਹੀ ਹੈ ਤੇ ਮੈਂ ਛੱਡ ਕੇ ਆਇਆ ਕਿਉਂਕਿ ਮੇਰੀ ਇੱਛਾ ਨਹੀਂ ਸੀ ਸਰਕਾਰੀ ਪਾਸੇ ਅੱਛਾ, ਗੱਲਾਂ 'ਚ ਇਹ ਵੀ ਦੱਸ ਦਿੱਤਾ ਕਿ ਜੌਬ ਮਿਲ ਰਹੀ ਸੀ ਵਾਈਟ ਕਾਲਰ ਤੇ ਛੱਡ ਦਿੱਤੀ। ਬਾਕੀ ਕਿਉਂਕਿ ਮੇਰੀ ਲਾਈਨ ਹੋਰ ਸੀਗੀ, ਮੈਂ ਹੋਰ ਪਾਸੇ ਆ ਗਿਆ। ਚਲੋ ਇਸ ਗੱਲ ਨੂੰ ਆਪਾਂ ਨਾ ਲਈਏ ਕਿਉਂਕਿ ਹਰ ਵਿਅਕਤੀ ਹੁਣ ਇਹ ਚਾਹੁੰਦਾ ਹੈ ਕਿ ਜਿਹਨੂੰ ਇੱਕ ਵਾਰੀ ਸਰਕਾਰੀ ਜੌਬ ਮਿਲ ਗਈ ਨਾ, ਉਹਦਾ ਜਿਹੜਾ ਲਾਈਫ ਆ, ਉਹਦੀ ਫਿਊਚਰ ਆ, ਉਹ ਸੁਰੱਖਿਅਤ ਹੈ ਵੀ ਇਦਾਂ ਹੀ ਆ। ਕਿਉਂਕਿ ਜਦੋਂ ਤੁਹਾਨੂੰ ਸਰਕਾਰੀ ਨੌਕਰੀ ਮਿਲ ਗਈ, ਕਿਹਾ ਜਾਂਦਾ ਕਿ ਲੈ ਵੀ ਇਹ ਹੁਣ ਸਰਕਾਰ ਦੇ ਜਵਾਈ ਬਣ ਗਏ। ਬਿਲਕੁਲ, ਇਹ ਆਮ ਤੌਰ ਤੇ ਲੋਕ ਕਹਿੰਦੇ ਨੇ ਕਿਉਂਕਿ ਜਦੋਂ ਨੌਕਰੀ ਲੱਗ ਗਈ ਤੁਹਾਨੂੰ ਬਹੁਤ ਸਾਰੀਆਂ ਜਿਹੜੀਆਂ ਸਹੂਲਤਾਂ, ਸਿਹਤ ਸਹੂਲਤਾਂ, ਬੈਂਕ ਦੇ ਲੋਨ, ਤੁਸੀਂ ਡਿਊਟੀ ਨਹੀਂ, ਮੈਡੀਕਲ ਭੱਤੇ, ਪਤਾ ਨਹੀਂ ਕਿਆ ਕਿਆ ਚੀਜ਼ਾਂ ਤੁਹਾਨੂੰ ਮਿਲਦੀਆਂ ਰਹਿੰਦੀਆਂ। ਇੱਕ ਵਾਰੀ ਨੌਕਰੀ ਲੱਗ ਗਏ ਤੁਹਾਨੂੰ ਬਹੁਤ ਜਲਦੀ ਸਰਕਾਰ ਛੇਤੀ ਕੱਢ ਵੀ ਨਹੀਂ ਸਕਦੀ। ਬਿਲਕੁਲ, ਇਸ ਕਰਕੇ ਹਰ ਬੰਦਾ ਜਿਹੜੀ ਉਹਦੀ ਇੱਛਾ ਇਹ ਹੈ ਵੀ ਉਹ ਵਾਈਟ ਕਾਲਰ ਜੌਬ ਭਾਲਦਾ ਕਿ 9 ਤੋਂ 5 ਡਿਊਟੀ ਆ, ਵਿੱਚ ਨੂੰ ਜਾਵੇ ਨਾ ਜਾਵੇ, ਛੁੱਟੀਆਂ ਬਹੁਤ ਆ, ਕਈ ਤਰ੍ਹਾਂ ਦੇ ਮਾਮਲੇ ਨੇ। ਦੂਜਾ ਇਹਦਾ ਪੱਖ ਇਹ ਵੀ ਆ ਕਿ ਜਦੋਂ ਹੁਣ 1100 ਪੋਸਟਾਂ ਸੀਗੀਆਂ, ਉਹਦੇ ਬਾਅਦ 3 ਲੱਖ ਦੇ ਕਰੀਬ ਜਿਹੜੇ ਮੁੰਡੇ ਕੁੜੀਆਂ ਹੈ ਨੌਜਵਾਨ ਉਹ ਟੈਸਟ ਦੇਣ ਆਏ, ਤਾਂ ਇਹਦੇ 'ਚ ਟੈਸਟ ਦੇ ਵਿੱਚ ਜਿਹੜੀ ਕਰੀਮ ਹੋਊਗੀ ਉਹ ਸਾਹਮਣੇ ਆਊਗੀ। ਸਾਡੇ ਕੋਲ ਪਤਾ ਲੱਗ ਜੂਗਾ ਕਿ ਪੜ੍ਹੇ ਲਿਖੇ ਲੋਕ ਕਿੰਨੇ ਕੁ ਗਿਆਨ ਵਾਲੇ, ਜਿਨ੍ਹਾਂ ਦੀ ਬੌਧਿਕ ਦ੍ਰਿਸ਼ਟੀ ਤੋਂ ਜੇ ਆਪਾਂ ਦੇਖੀਏ ਬੌਧਿਕ ਬੁੱਧੀ ਕਿੰਨੀ ਆ, ਉਹ ਇੱਕ ਤਰ੍ਹਾਂ ਦੀ ਕਰੀਮ ਆ ਜਿਹੜੀ ਉਹ ਟੈਸਟ ਪਾਸ ਕਰਕੇ ਸਾਹਮਣੇ ਆਵੇਗੀ। ਤੇ ਉਹਦੇ ਵਿੱਚ ਇਹ ਹੋਊਗਾ ਕਿ ਚਾਹੇ ਉਹ ਗਰੀਬ ਆ ਚਾਹੇ ਉਹ ਅਮੀਰ ਆ, ਜਿਹਦੇ ਕੋਲ ਬੌਧਿਕ ਸ਼ਕਤੀ ਹੋਵੇਗੀ, ਪੜ੍ਹਿਆ ਲਿਖਿਆ ਹੋਵੇਗਾ, ਗਿਆਨ ਹੋਵੇਗਾ, ਉਹ ਟੈਸਟ ਕਲੀਅਰ ਕਰਕੇ ਆਵੇਗਾ ਤੇ ਨੌਕਰੀ ਲੈ ਲਵੇਗਾ। ਇਸ ਕਰਕੇ ਇਹਦਾ ਦੂਜਾ ਪੱਖ ਵੀ ਆ। ਪਰ ਕਿਤੇ ਨਾ ਕਿਤੇ ਇਹ ਜਿਹੜੀ ਇੰਨੀ ਬੇਰੁਜ਼ਗਾਰੀ ਆ, ਸਾਨੂੰ ਜ਼ਰੂਰ ਸਰਕਾਰਾਂ ਨੂੰ ਸੋਚਣ ਦੀ ਘੜੀ ਆ, ਔਰ ਸਰਕਾਰਾਂ ਨੂੰ ਇਹ ਮਜਬੂਰ ਵੀ ਕਰਦੀ ਆ। ਉਹਨਾਂ ਦੇ ਜਿਹੜੇ ਦਾਅਵੇ ਆ ਉਹ ਉਹਨਾਂ ਦੇ ਖੋਖਲੇ ਦਾਅਵਿਆਂ ਦੀ ਇਹ ਫੂਕ ਵੀ ਕੱਢਦੇ ਨੇ, ਜਿਹੜੇ ਕਹਿੰਦੇ ਨੇ ਕਿ ਪਿਛਲੇ 4 ਸਾਲਾਂ ਦੇ ਦੌਰਾਨ ਘਰ ਰੁਜ਼ਗਾਰ ਦੇ ਦੌਰਾਨ ਅਸੀਂ 16 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇ ਦਿੱਤੀਆਂ। ਪਰ ਜਦ ਕਿ ਸਹੀ ਅੰਕੜਾ ਇਹ ਆ ਕਿ 4 ਸਾਲਾਂ ਦੇ ਦੌਰਾਨ 60,000 ਦੇ ਕਰੀਬ ਜਿਹੜੇ ਲੋਕ ਨੇ ਉਹਨਾਂ ਨੂੰ ਸਰਕਾਰੀ ਦਫ਼ਤਰਾਂ ਦੇ ਵਿੱਚ ਨੌਕਰੀ ਮਿਲੀ ਆ। ਬਾਕੀ ਤਾਂ ਜਿਨ੍ਹਾਂ ਨੂੰ ਪ੍ਰਾਈਵੇਟ ਸੈਕਟਰ ਦੇ ਵਿੱਚ ਨੌਕਰੀ ਮਿਲੀ ਆ ਉਹਨਾਂ ਨੂੰ ਵੀ ਸਰਕਾਰ ਆਪਣੇ ਖਾਤਿਆਂ 'ਚ ਪਾਉਂਦੀ ਆ, ਪਾਈ ਜਾਵੇ, ਉਹ ਕਰੀ ਜਾਵੇ। ਪਰ ਸਹੀ ਮਿਹਨਤ 'ਚ ਤਾਂ ਸਰਕਾਰੀ ਜਿਹੜੀ ਆ ਉਹ 60,000 ਦੇ ਕਰੀਬ ਆ। ਪਰ ਇੱਕ ਗੱਲ ਜ਼ਰੂਰ ਹੈ ਕਿ ਨੌਜਵਾਨਾਂ ਨੂੰ ਹੁਣ ਸਰਕਾਰੀ ਜੌਬ ਦੇ ਨਾਲ ਠੀਕ ਹੈ ਵੀ ਜੇ ਕਿਸੇ ਨੂੰ ਸਰਕਾਰੀ ਜੌਬ ਮਿਲਦੀ ਆ ਵੈਲ ਐਂਡ ਗੁੱਡ, ਉਹਨੂੰ ਆਪਾਂ ਉਹਦੀ ਸਰਾਹਨਾ ਕਰਨੀ ਬਣਦੀ ਆ, ਚੰਗੀ ਗੱਲ ਆ ਕਿ ਉਹਨਾਂ ਨੂੰ ਮਿਲੇ। ਪਰ ਨਾਲ ਦੀ ਨਾਲ ਜਿਹੜਾ ਪ੍ਰਾਈਵੇਟ ਸੈਕਟਰ ਆ ਉਸ ਪਾਸੇ ਵੱਲ ਨੂੰ ਵੀ ਵਧਣਾ ਚਾਹੀਦਾ ਜਾਂ ਫਿਰ ਕੁਝ ਸਰਕਾਰਾਂ ਨੂੰ ਵੀ ਸਵੈ-ਰੋਜ਼ਗਾਰ ਕੋਰਸਸ ਜਿਹੜੇ ਨੇ ਕਰਨੇ ਚਾਹੀਦੇ ਨੇ ਤੇ ਸਰਕਾਰਾਂ ਨੂੰ ਵੀ ਉਸ ਪਾਸੇ ਵੱਲ ਵਧਣ ਦੀ ਜ਼ਰੂਰਤ ਹੈ ਕਿ ਨੌਜਵਾਨਾਂ ਦੀ ਭਲਾਈ ਵਾਸਤੇ। ਜਦੋਂ ਸਾਨੂੰ ਪਤਾ ਹੈ ਕਿ ਅਸੀਂ ਸਭ ਨੂੰ ਰੁਜ਼ਗਾਰ ਆ ਜਿਹੜਾ ਨਹੀਂ ਦੇ ਸਰਕਾਰੀ ਨੌਕਰੀ, ਮਤਲਬ ਰੁਜ਼ਗਾਰ ਦੀ ਸਰਕਾਰੀ ਨੌਕਰੀ ਨਹੀਂ ਦੇ ਸਕਦੇ, ਤਾਂ ਸਾਨੂੰ ਅਜਿਹਾ ਜਿਹਾ ਕੋਈ ਸਕੀਮਾਂ ਜਾਂ ਅਜਿਹੀ ਪਲਾਨ ਬਣਾਉਣ ਦੀ ਯੋਜਨਾ ਹੈ ਕਰਨਾ ਚਾਹੀਦਾ ਕਿ ਜਿਹਦੇ ਨਾਲ ਜਿਹੜੇ ਬੇਰੁਜ਼ਗਾਰ ਆ ਉਹਨਾਂ ਦੇ ਹੱਥ ਰੁਜ਼ਗਾਰ ਜਿਹੜਾ ਲੱਗ ਜਾਵੇ ਤੇ ਉਹ ਕਿਵੇਂ ਨਾ ਕਿਵੇਂ ਆਪਣਾ ਕਾਰੋਬਾਰ ਸ਼ੁਰੂ ਕਰ ਲਵੇ, ਜਾਂ ਕਿਸੇ ਕੰਪਨੀ 'ਚ ਜਾਂ ਕਿਸੇ ਫੈਕਟਰੀ ਦੇ ਵਿੱਚ ਇਹ ਹੋਣਾ ਪਊਗਾ। ਪਰ ਹੁਣ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਕਿ ਅਕਾਲੀ ਦਲ ਨੇ ਇਹ ਗੱਲ ਕਹੀ ਆ ਕਿ ਜਿਹੜੀਆਂ ਵੀ ਅਸੀਂ ਰੁਜ਼ਗਾਰ ਜਿਹੜੀ ਦੇਣ ਵਾਸਤੇ ਜ਼ਿਆਦਾ ਧਿਆਨ ਦੇਵਾਂਗੇ, ਫੈਕਟਰੀਆਂ ਜਾਂ ਕਾਰਪੋਰੇਟ ਸੈਕਟਰ ਜੋ ਵੀ ਕੁਝ ਉਹਨਾਂ ਨੂੰ ਲੈ ਕੇ ਆਵਾਂਗੇ, ਕਿਉਂਕਿ ਉਹਦੇ ਵਿੱਚ ਕਿਆ ਹੋਵੇਗਾ ਕਿ ਜਿਹੜੀ 70% ਦੇ ਕਰੀਬ ਜਿਹੜੀ ਰੁਜ਼ਗਾਰ ਆ ਉਹ ਪੰਜਾਬ ਦੇ ਲੋਕਾਂ ਨੂੰ ਦਿੱਤਾ ਜਾਵੇਗਾ। ਇਹ ਗੱਲ ਇੱਕ ਚੰਗੀ ਮੈਨੂੰ ਲੱਗੀ ਆ, ਕਿਉਂਕਿ ਜਿਸ ਤਰ੍ਹਾਂ ਹਰਿਆਣੇ ਨੇ ਜਾਂ ਹਿਮਾਚਲ ਨੇ, ਇਹਨਾਂ ਸਟੇਟਾਂ ਨੇ ਵੀ ਇਹੀ ਕੀਤਾ। ਕਿਸੇ ਵੀ ਤਰ੍ਹਾਂ ਦਾ ਜਿਹੜਾ ਪ੍ਰਾਈਵੇਟ ਸੈਕਟਰ ਆ ਉਹਦੇ ਵਿੱਚ ਜਦੋਂ ਉੱਥੇ ਦੇ ਲੋਕਾਂ ਨੂੰ ਰੁਜ਼ਗਾਰ ਮਿਲੂਗਾ ਤਾਂ ਇਹਦੇ ਨਾਲ ਜਿਹੜੇ ਨੌਜਵਾਨ ਆ ਉਹਨਾਂ ਨੂੰ ਇੱਕ ਤਾਂ ਰੁਜ਼ਗਾਰ ਮਿਲੂਗਾ ਤੇ ਦੂਜੇ ਪਾਸੇ ਜਿਹੜੀਆਂ ਬੁਰੀਆਂ ਅਲਾਮਤਾਂ ਉਹਨਾਂ ਤੋਂ ਵੀ ਨੌਜਵਾਨ ਪੀੜ੍ਹੀ ਆ ਜਿਹੜੀ ਬਚ ਸਕਦੀ ਆ। ਹੁਣ ਹੋ ਕਿਆ ਰਿਹਾ ਕਿ ਪੰਜਾਬ ਦੇ ਵਿੱਚ ਕਿੰਨੀਆਂ ਵੱਡੇ ਪੱਧਰ ਤੇ ਜਿਹੜੀਆਂ ਫੈਕਟਰੀਆਂ ਲੱਗੀਆਂ ਹੋਈਆਂ ਇਹਦੇ 'ਚ ਕੋਈ ਦੋ ਰਾਏ ਨਹੀਂ, ਪਰ ਉਹ ਕਿਹੜੇ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ। ਅਸੀਂ ਇਸ ਗੱਲ ਨੂੰ ਬੁਰਾ ਨਹੀਂ ਕਹਿ ਰਹੇ, ਕਿਉਂਕਿ ਜਿਹੜੇ ਦੂਜੇ ਰਾਜਾਂ ਤੋਂ ਲੋਕ ਆਏ ਹੋਏ ਨੇ ਉਹ ਵੀ ਪੂਰੇ ਭਾਰਤ ਦੇਸ਼ ਦੇ ਵਸਿੰਦੇ ਨੇ, ਭਾਰਤੀ ਨੇ। ਪਰ ਕਿਤੇ ਨਾ ਕਿਤੇ ਇਹ ਵੀ ਗੱਲ ਜਾਇਜ਼ ਨਹੀਂ ਕਿ ਤੁਹਾਡੇ ਆਪਣੇ ਲੋਕ ਭੁੱਖੇ ਮਰਨ, ਆਪਣੇ ਹੋਰ ਤੁਸੀਂ ਦੂਜਿਆਂ ਦਾ ਢਿੱਡ ਭਰੀ ਜਾਣ। ਸਰਕਾਰਾਂ ਨੂੰ ਇਹ ਇੱਕ ਕਰਨਾ ਪਵੇਗਾ ਕਿ ਮਿਨੀਮਮ ਜਿਹੜੀ ਵੇਤਨ ਆ ਉਹ ਦੇਣੇ ਹੀ ਪਵੇਂਗੇ, ਭਾਵੇਂ ਕਿ ਡੀਸੀ ਰੇਟ ਉਹਨਾਂ ਨੇ ਤੈਅ ਕੀਤਾ ਹੋਇਆ ਸਰਕਾਰਾਂ ਨੇ ਵੀ ਡੀਸੀ ਰੇਟ ਤੁਸੀਂ ਘੱਟ ਨਹੀਂ ਦੇਵਾਂਗੇ, ਪਰ ਕਿਤੇ ਫੇਰ ਵੀ ਇਹ ਜਿਹੜਾ ਘੱਟ ਸੌਦਾ ਜਾਂ ਘੱਟ ਤਨਖਾਹ ਹੈ ਇਹ ਸਿਸਟਮ ਦੇ ਵਿੱਚ ਇੱਕ ਚੱਲ ਰਿਹਾ। ਸਰਕਾਰਾਂ ਦੀ ਜਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਚੈਕਿੰਗ ਨਹੀਂ ਹੈਗੀ, ਜਿਹਦੇ ਕਰਕੇ ਦੂਜੇ ਰਾਜਾਂ ਤੋਂ ਜਿਹੜੇ ਲੋਕ ਆਏ ਹੋਏ ਨੇ ਉਹ ਘੱਟ ਤਨਖਾਹਾਂ ਪਰ ਕੰਮ ਕਰ ਲੈਂਦੇ। ਇੱਧਰਲੇ ਲੋਕਾਂ ਦੀਆਂ ਜਿਹੜੇ ਪਰਿਵਾਰਾਂ ਦੇ ਨਾਲ ਰਹਿੰਦੇ ਨੇ
ਆਪਣੀਆਂ ਪਰਿਵਾਰਕ ਜਿਹੜੀਆਂ ਮਜਬੂਰੀਆਂ ਨੇ ਹੋਰ ਜ਼ਿਆਦਾ ਉਹਨਾਂ ਦੀਆਂ ਹੈਗੀਆਂ ਨੇ, ਉਮੀਦਾਂ ਜ਼ਿਆਦਾ ਨੇ, ਖਰਚੇ ਜ਼ਿਆਦਾ ਨੇ, ਇਸ ਕਰਕੇ ਉਹ ਘੱਟ ਦੇ ਵਿੱਚ ਕੰਮ ਨਹੀਂ ਕਰਦੇ। ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਗੈਪ ਹੋਣ ਕਰਕੇ ਇਹ ਲੋਕ ਆ ਜਿਹੜੇ ਅਨਇੰਪਲਾਇਮੈਂਟ ਵੱਲ ਵੱਧ ਰਹੇ ਨੇ। ਸਰਕਾਰਾਂ ਨੂੰ ਇਸ ਪਾਸੇ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਆ ਕਿ ਕਿਵੇਂ ਸਾਡੀ ਜਿਹੜੀ ਬੇਰੁਜ਼ਗਾਰੀ ਆ ਇਹਨੂੰ ਠੱਲ ਪਾਈ ਜਾ ਸਕੇ। ਸਰ ਇਸੇ ਖਬਰ ਦੇ ਨਾਲ ਜੁੜੀ ਹੋਈ ਹੀ ਖਬਰ ਹੈ ਇਸ ਭਰਤੀ ਦੇ ਨਾਲ, ਜਿੱਥੇ ਸਭ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ ਕਿ 1100 ਅਸਾਮੀਆਂ ਤੇ ਪੌਣੇ 3 ਲੱਖ ਜਿਹੜੇ ਉਮੀਦਵਾਰ ਨੇ ਉਹ ਟੈਸਟ ਦੇਣ ਆਏ ਨੇ, ਔਰ ਨਾਲ ਹੀ ਐਸਜੀਪੀਸੀ ਨੇ ਸਵਾਲ ਚੁੱਕੇ ਨੇ ਇਸ ਭਰਤੀ ਦੇ ਉੱਤੇ। ਐਸਜੀਪੀਸੀ ਦਾ ਲੈਣਾ ਦੇਣਾ ਇਸ ਭਰਤੀ ਦੇ ਨਾਲ ਕੋਈ ਨਹੀਂ, ਪਰ ਜਦੋਂ ਕਕਾਰਾਂ ਦੀ ਗੱਲ ਆਉਂਦੀ ਹੈ ਤਾਂ ਉਸ ਟਾਈਮ ਐਸਜੀਪੀਸੀ ਤੇ ਜਥੇਦਾਰ ਅਕਾਲ ਤਖਤ ਜਿਹੜੇ ਨੇ ਉਹ ਬੋਲਦੇ ਨੇ, ਕਿਉਂਕਿ ਇਸ ਭਰਤੀ ਦੇ ਵਿੱਚ ਜਿਹੜੇ ਅੰਮ੍ਰਿਤਧਾਰੀ ਬੱਚੇ ਸੀਗੇ, ਲੜਕੇ ਲੜਕੀਆਂ ਸੀਗੇ, ਉਹਨਾਂ ਦੇ ਕਕਾਰ ਲਵਾਏ ਗਏ ਜਦੋਂ ਟੈਸਟ ਲਿਆ ਗਿਆ, ਔਰ ਨਾਲ ਹੀ ਜਿਹੜੀਆਂ ਨਵਵਿਆਹੀਆਂ ਕੁੜੀਆਂ ਸੀ ਉਹਨਾਂ ਨੇ ਚੂੜੇ ਪਾਏ ਹੋਏ ਸੀਗੇ ਉਹ ਵੀ ਲਵਾਏ ਗਏ। ਇੱਕ ਤੇ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇੱਕ ਵੱਡਾ ਸਵਾਲ ਚੁੱਕਿਆ ਪੰਜਾਬ ਸਰਕਾਰ ਤੇ ਕਿ ਕਕਾਰ ਲਾਹੇ ਜਾਣ ਦਾ ਕੋਈ ਮਤਲਬ ਨਹੀਂ, ਔਰ ਦੂਜਾ ਜਥੇਦਾਰ ਅਕਾਲ ਤਖਤ ਸਾਹਿਬ ਕਹਿੰਦੇ ਨੇ ਕਿ ਜੇ ਕਿਸੇ ਹੋਰ ਸਟੇਟ ਦੇ ਵਿੱਚ ਇਹੋ ਜਿਹਾ ਹੋਵੇ ਤਾਂ ਮੰਨ ਸਕਦੇ ਆ, ਉਹਨਾਂ ਨੂੰ ਨਹੀਂ ਸਿੱਖ ਸਿਧਾਂਤਾਂ ਦਾ ਪਤਾ ਹੁੰਦਾ। ਜਦੋਂ ਸਰਕਾਰ ਵੀ ਸਿੱਖ ਹੋਵੇ ਔਰ ਸੂਬਾ ਵੀ ਸਭ ਤੋਂ ਵੱਡਾ ਸਿੱਖ ਕਮਿਊਨਿਟੀ ਦੇ ਨਾਲ ਸੰਬੰਧਿਤ ਹੋਵੇ, ਉੱਥੇ ਇਹੋ ਜਿਹੀਆਂ ਘਟਨਾਵਾਂ ਹੋਣੀਆਂ, ਖਾਸ ਤੌਰ ਤੇ ਚੰਡੀਗੜ੍ਹ ਰਾਜਧਾਨੀ ਆ, ਇਹ ਬਿਲਕੁਲ ਵਾਜਿਬ ਨਹੀਂ ਆ, ਇਹ ਬਿਲਕੁਲ ਨਿੰਦਣਯੋਗ ਗੱਲ ਆ। ਬਿਲਕੁਲ ਆਪਣਾ ਕਮਲ, ਇਹ ਗੱਲਾਂ ਜਿਹੜੀਆਂ ਪੰਜਾਬ ਦੇ ਵਿੱਚ ਭਾਵੇਂ ਕਿ ਜਿਹੜਾ ਟੈਸਟ ਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਉਹ ਲਿਆ ਗਿਆ ਪੰਜਾਬ 'ਚ ਵੀ ਲਿਆ, ਜਿੱਥੇ ਜਿੱਥੇ ਵੱਡੇ ਵਿਦਿਅਕ ਅਦਾਰੇ ਸੀਗੇ ਉੱਥੇ ਇਹਨਾਂ ਦੇ ਜਿਹੜੇ ਪ੍ਰੀਖਿਆ ਕੇਂਦਰ ਆ, ਸੈਂਟਰ ਆ, ਉਹ ਬਣੇ ਨੇ। ਇਹ ਅਕਸਰ ਜਿਹੜੀਆਂ ਰਿਪੋਰਟਾਂ ਪੰਜਾਬ ਦੇ ਵਿੱਚੋਂ ਜਿਹੜੇ ਨੌਜਵਾਨ ਟੈਸਟ ਦੇਣ ਆਉਂਦੇ ਨੇ ਉਹਨਾਂ ਦੇ ਜਿਹੜੇ ਜਦੋਂ ਪ੍ਰੀਖਿਆ ਦੇ ਕੇਂਦਰ ਦੇ ਵਿੱਚ ਬੈਠਦੇ ਨੇ ਉਹਨਾਂ ਦੇ ਜਿਹੜੇ ਕੜੇ ਆ ਉਹ ਲਹਾਏ ਜਾਂਦੇ ਨੇ, ਜਾਂ ਬੂਟ ਲਹਾਏ ਜਾਂਦੇ ਨੇ, ਜਰਾਬਾਂ ਲਹਾਈਆਂ ਜਾਂਦੀਆਂ ਨੇ, ਜਾਂ ਜਿਹੜੀਆਂ ਮੁੰਦੀਆਂ ਇੱਥੋਂ ਤੱਕ ਉਹ ਵੀ ਲਹਾਈਆਂ ਜਾਂਦੀਆਂ। ਖਾਸ ਕਰਕੇ ਇਹ ਉਦੋਂ ਹੁੰਦਾ ਹੈ ਜਦੋਂ ਕੋਈ ਵੱਡਾ, ਜਿਵੇਂ ਆਈਐਸ ਵਾਸਤੇ, ਪੀਸੀਐਸ ਵਾਸਤੇ, ਜਾਂ ਵੱਡੇ ਤੁਸੀਂ ਕੋਈ ਟੈਸਟ ਦਿੰਦੇ ਆ ਬਹੁਤ ਆ, ਉੱਥੇ ਜਿਹੜੀਆਂ ਉਹ ਰੁਕਾਏ ਜਾਂਦੇ ਨੇ, ਸਮਾਨ ਆ ਜਿਹੜਾ ਤੁਸੀਂ ਪਹਿਨਿਆ ਹੋਇਆ ਉਹਨੂੰ ਰਿਮੂਵ ਕਰਵਾਇਆ ਜਾਂਦਾ ਵੀ ਥੋੜ੍ਹੀ ਦੇਰ ਵਾਸਤੇ। ਜਾਂ ਤੁਹਾਡੀ ਜਿਹੜੀ ਘੜੀ ਆ ਹੁਣ, ਉਹ ਘੜੀ ਦੇ ਵਿੱਚ ਕਈ ਤਰ੍ਹਾਂ ਦਾ ਕਹਿੰਦੇ ਆ ਵੀ ਪੈਨ ਹੁੰਦਾ, ਉਹ ਚੱਲਦੇ ਆ, ਉਹਦੇ ਵਿੱਚ ਤੁਹਾਨੂੰ ਕਈ ਤਰ੍ਹਾਂ ਦੀਆਂ ਜਿਹੜਾ ਡਿਜੀਟਲ ਸਿਸਟਮ ਦੇ ਵਿੱਚ ਹੈਗਾ ਉਹਦੇ ਵਿੱਚ ਤੁਸੀਂ ਕੈਲਕੂਲੇਟਰ ਵੀ ਚਲਾ ਸਕਦੇ ਆ, ਹੋਰ ਵੀ ਜਾਣਕਾਰੀ। ਇਹ ਚੀਜ਼ਾਂ ਤਾਂ ਅਸੀਂ ਮੰਨ ਸਕਦੇ ਆ ਵੀ ਜਿਹੜੀ ਘੜੀ ਆ ਉਹ ਲਹਾ ਦਿੱਤੀ ਜਾਵੇ। ਹੁਣ ਇਹ ਮੁੰਦੀ ਦਾ ਜਾਂ ਇਹ ਕੜੇ ਦਾ ਕਿਆ ਮਤਲਬ ਤਲੋਕਾਤ ਹੈਗਾ, ਇਹ ਕੜੇ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਵੀ ਇਹਦੇ ਨਾਲ ਕੁਝ ਲੱਗਿਆ ਤਾਂ ਨਹੀਂ ਹੋਇਆ ਹੈਗਾ, ਜਾਂ ਤੁਸੀਂ ਪੱਗ ਦੇ ਥੱਲੇ ਜਾਂ ਕਿਸੇ ਨੂੰ ਦੇਖ ਲੈਂਦਾ ਵੀ ਤੁਸੀਂ ਕੋਈ ਬਲੂਟੁੱਥ ਤਾਂ ਨਹੀਂ ਲਾਈ ਹੋਈ ਹੈਗੀ, ਕੋਈ ਨਾ ਕੋਈ ਇੱਦਾਂ ਦੀ ਚੀਜ਼ ਹੋ ਜਾਂਦਾ। ਪਰ ਇੱਕ ਜਾਣ ਬੁੱਝ ਕੇ ਤੁਸੀਂ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਕਿ ਉਹਦੇ ਜਿਹੜੇ ਕਕਾਰ ਲਾਉਣੇ ਜਾਂ ਹੋਰ ਆ, ਇਹ ਇੱਕ ਤਰ੍ਹਾਂ ਦਾ ਉਹਨਾਂ ਨੂੰ ਹੀਣ ਭਾਵਨਾ ਦਾ ਸ਼ਿਕਾਰ ਬਣਾਉਣ ਵਾਲੀ ਗੱਲ ਆ, ਤੇ ਕਿਤੇ ਨਾ ਕਿਤੇ ਟਕਰਾਅ ਪੈਦਾ ਕਰਨ ਵਾਲੀ ਸਥਿਤੀ ਆ। ਅਜਿਹਾ ਜਿਹੜਾ ਕੰਮ ਆ ਉਹ ਨਹੀਂ ਕਰਨਾ ਚਾਹੀਦਾ। ਕੋਈ ਵੀ ਸਰਕਾਰ ਹੋਵੇ, ਚਾਹੇ ਗੱਲ ਪੰਜਾਬ ਸਰਕਾਰ ਦੀ, ਚਾਹੇ ਚੰਡੀਗੜ੍ਹ ਦਾ ਪ੍ਰਸ਼ਾਸਨ ਹੈ, ਚਾਹੇ ਕੋਈ ਹੋਰ, ਇਹ ਪਹਿਲੀ ਵਾਰੀ ਨਹੀਂ ਵੀ ਇਹ ਪਟਵਾਰੀ ਦਾ ਜਿਹੜਾ ਟੈਸਟ ਦਿੱਤਾ ਇਹਦੇ ਵਿੱਚ ਸ਼ਿਕਾਇਤ ਆਈ ਆ। ਅਕਸਰ ਜਿਹੜੀਆਂ ਸ਼ਿਕਾਇਤਾਂ ਉਹ ਸਾਹਮਣੇ ਆਉਂਦੀਆਂ ਰਹੀਆਂ, ਇਹ ਵੀ ਨਹੀਂ ਵੀ ਇਹ ਹੁਣੇ ਆਈਆਂ। ਜਿਹੜੇ ਅੱਜ ਗੱਲ ਕਹਿ ਰਹੇ ਆ, ਚਾਹੇ ਬੀਬੀ ਜਗੀਰ ਕੌਰ ਜੀ ਆ, ਚਾਹੇ ਜਥੇਦਾਰ ਅਕਾਲ ਤਖਤ ਸਾਹਿਬ ਆ, ਠੀਕ ਆ, ਇਹਨਾਂ ਦਾ ਇੱਕ ਫਰਜ਼ ਬਣਦਾ, ਇਹਨਾਂ ਦੀ ਡਿਊਟੀ ਆ ਕਿ ਜਿੱਥੇ ਸਿੱਖਾਂ ਦੇ ਮਸਲਿਆਂ ਦੀ ਗੱਲ ਆਵੇ, ਧਾਰਮਿਕ ਮਾਮਲਿਆਂ ਦੀ ਗੱਲ ਆਵੇ, ਇਹਨਾਂ ਨੇ ਬੋਲਣਾ ਹੈ ਤੇ ਇਹਨਾਂ ਨੂੰ ਇਹ ਮਸਲੇ ਹੱਲ ਵੀ ਕਰਵਾਉਣੇ ਚਾਹੀਦੇ। ਪਰ ਜਦੋਂ ਪਿਛਲੀ ਅਕਾਲੀ ਭਾਜਪਾ ਸਰਕਾਰ ਦੀ, ਉਦੋਂ ਵੀ ਇਹ ਮਸਲੇ ਉੱਠਦੇ ਰਹੇ ਨੇ, ਉਦੋਂ ਵੀ ਇਹ ਗੱਲਾਂ ਉੱਠਦੀਆਂ ਰਹੀਆਂ ਨੇ। ਇਸ ਕਰਕੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਆ। ਸਰਕਾਰਾਂ ਨਾਲ ਜਾਂ ਜਿਹੜੀਆਂ ਟੈਸਟ ਲੈਣ ਵਾਲੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਉਹਨਾਂ ਨਾਲ ਬਿਠਾਲ ਕੇ ਬੈਠ ਕੇ ਇੱਕ ਇਹ ਗੱਲ ਉਹਨਾਂ ਨੂੰ ਸਮਝਾ ਲੈਣੀ ਚਾਹੀਦੀ ਹੈ ਕਿ ਇਹ ਸਿੱਖ ਧਰਮ ਦੀ ਇੱਕ ਪਰੰਪਰਾ ਹੈ, ਸਿੱਖ ਧਰਮ ਦੀ ਇੱਕ ਰਵਾਇਤ ਆ, ਸਿੱਖ ਧਰਮ ਦੇ ਇਹ ਚਿੰਨ੍ਹ ਨੇ, ਇਹਨਾਂ ਨਾਲ ਤੁਸੀਂ ਲਹਾ ਨਹੀਂ ਸਕਦੇ। ਇਹਦੇ ਨਾਲ ਜਿਹੜੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਦੀ ਆ, ਜਿੰਨਾ ਵਿਵਾਦ ਆ ਜਿਹੜਾ ਖੜਾ ਹੋ ਸਕਦਾ, ਇਸ ਨੂੰ ਹੱਲ ਕਰਨ ਦੀ ਜ਼ਰੂਰਤ ਆ। ਦੂਜੀ ਗੱਲ, ਜਿਹੜੀਆਂ ਪ੍ਰੀਖਿਆ ਲੈਣ ਵਾਲੇ ਕੇਂਦਰ ਨੇ ਜਾਂ ਅਧਿਕਾਰੀ ਨੇ, ਆਰਗੇਨਾਈਜੇਸ਼ਨ ਨੇ, ਉਹਨਾਂ ਨੂੰ ਠੀਕ ਆ ਵੀ ਉਹ ਜੇ ਟੈਸਟ ਦੇ ਦਿੰਦਾ, ਉਹਨੂੰ ਆਪਣੇ ਸਟਾਫ ਦੇ ਵਿੱਚ ਵਾਧਾ ਕਰਕੇ ਨਜ਼ਰ ਰੱਖਣ ਦੀ ਜ਼ਰੂਰਤ ਆ ਕਿ ਕਿਹੜਾ ਵਿਅਕਤੀ ਜਾਂ ਕਿਹੜਾ ਕਿਵੇਂ ਕਿੱਥੇ ਕੀ ਕਰ ਰਿਹਾ। ਤੇ ਇਹਦੇ ਨਾਲ ਵੀ ਤੁਸੀਂ ਕਕਾਰ ਲਹਾ ਤੇ ਬੂਟ ਜਰਾਬਾਂ ਲਹਾ ਕੇ ਬਾਹਰ ਰੱਖ ਲਈਆਂ, ਜੇ ਰੱਖ ਲਈਆਂ ਤਾਂ ਕਈ ਵਾਰੀ ਇਹ ਵੀ ਆਇਆ ਵੀ ਕਿ ਨੰਗੇ ਸਿਰਾ ਜਿਹੜੇ ਟੈਸਟ ਦੇ ਪਗੜੀ ਉਤਰਵਾਈ ਜਾਂਦੀ ਹੈ, ਇਹਦੇ ਨਾਲ ਤੁਸੀਂ ਕੀ ਕਰ ਲੂੰਗੇ? ਤੁਸੀਂ ਸੌਖਾ ਕਿੰਨੀ ਕੁ ਦੇਰ ਸੌਖਾ ਹੋ ਜੂਗੇ? ਇਹਦਾ ਮਤਲਬ ਇਹ ਥੋੜਾ ਵੀ ਤੁਸੀਂ ਇੱਕ ਵਾਰੀ ਉਹਨਾਂ ਨੂੰ ਅੰਦਰ ਵਾੜ ਲਿਆ, ਉਹਨਾਂ ਦੇ ਕੱਪੜੇ, ਪੱਗਾਂ ਲਹਾਤੀ, ਚੂੜੀਆਂ ਲਹਾਤੀਆਂ, ਜਾਂ ਕੜਾ ਲਹਾਤਾ, ਜਾਂ ਕੋਈ ਹੋਰ ਜਿਹਨੇ ਵਾਧੂ ਕੋਈ ਸਮਾਨ ਆ ਜਿਹੜਾ ਆਪਣੇ ਸਰੀਰ ਪਰ ਪਾਇਆ ਹੋਇਆ, ਗਹਿਣਾ ਪਾਇਆ ਹੋਇਆ,
ਉਹ ਤੁਸੀਂ ਰਿਮੂਵ ਕਰਾਤਾ ਵੀ ਤੁਸੀਂ ਉੱਥੇ ਬੈਠੇ ਟੈਸਟ ਦੇਈ ਚੱਲੋ। ਕਿਤੇ ਨਾ ਕਿਤੇ ਇਹਨਾਂ ਗੱਲਾਂ ਨੂੰ ਦੇਖਣ ਵਿਚਾਰਨ ਦੀ ਜ਼ਰੂਰਤ ਹੈ ਕਿ ਇਹਨਾਂ ਚੀਜ਼ਾਂ ਨੂੰ ਰਿਮੂਵ ਕਰਾਉਣ ਨਾਲ ਕੋਈ ਨਹੀਂ। ਬਾਕੀ ਗੱਲ ਇਹ ਜਿਹੜੇ ਟੈਸਟ ਦੇਣ ਵਾਲੇ ਆ ਉਹਨਾਂ ਨੂੰ ਵੀ ਕਲੈਰਿਟੀ ਹੋਣੀ ਚਾਹੀਦੀ ਹੈ ਕਿ ਉਹ ਜਿਹੜਾ ਟੈਸਟ ਦੇਣ ਆਇਆ ਉਹਨਾਂ ਦੇ ਕੋਲ ਚੀਟਿੰਗ ਕਰਨ ਵਾਸਤੇ ਜਾਂ ਕੋਈ ਜਦੋਂ ਪੇਪਰ ਆਉਣਾ ਉਹਦੇ ਵਿੱਚ ਕੋਈ ਅਜਿਹੀ ਜਾਣੀ ਕਿ ਗੈਰ ਜ਼ਰੂਰੀ ਸਮਾਨ ਨਾ ਹੋਵੇ ਜਿਹਦੇ ਨਾਲ ਟੈਸਟ ਦੇਣ ਲੱਗਿਆ ਉਹ ਤੁਹਾਨੂੰ ਪਰੇਸ਼ਾਨੀ ਖੜੀ ਹੋਵੇ। ਦੇਖੋ ਕਈ ਵਾਰੀ ਕਿਆ ਹੋ ਰਿਹਾ ਅਕਸਰ ਹੁੰਦਾ ਕਿ ਗਲਤੀ ਤਾਂ ਇੱਕ ਜਾਂ ਦੋ ਬੰਦੇ ਕਰਦੇ ਨੇ, ਕਈ ਵਾਰੀ ਫਿਰ ਉੱਤੇ ਬਾਅਦ ਅਜਿਹੀਆਂ ਖਮਿਆਜਾ ਜਿਹੜਾ ਸਭ ਨੂੰ ਭੁਗਤਣਾ ਪੈ ਜਾਂਦਾ। ਕਈ ਵਾਰੀ ਕੋਈ ਬੰਦਾ ਮੰਨ ਲਓ ਪੇ ਨਹੀਂ ਕਰਦਾ, ਉਹਦੀ ਕੋਈ ਪੈਂਡਿੰਗ ਆ ਜਿਹੜਾ ਫਸ ਜਾਂਦਾ, ਬਿੱਲ ਫਸ ਜਾਂਦਾ ਹੈ, ਜਾਂ ਕੋਈ ਮਕਾਨ ਦਾ ਕਿਰਾਇਆ ਫਸ ਜਾਂਦਾ ਜਿਹਨੇ ਸਰਕਾਰੀ ਮਕਾਨ ਲਿੱਤੇ ਹੋਏ ਆ, ਇੱਕ ਬੰਦਾ ਨਾ ਦੇਵੇ ਉਹ ਤੋਂ ਬਾਅਦ ਸਰਕਾਰ ਇਹੀ ਪਾਲਿਸੀ ਲੈ ਕੇ ਆ ਜਾਂਦੀ ਹੈ ਕਿ ਅੱਗੇ ਜਿਹੜੀਆਂ ਇੰਨੀਆਂ ਮੁਸ਼ਕਲਾਂ ਆ ਜਾਂਦੀਆਂ ਉਹਦੇ ਨਾਲ ਕਿਹਾ ਬਾਕੀ ਮੁਲਾਜ਼ਮ ਆ ਜਿਹੜੇ ਜਾਂ ਲੋੜਵੰਦ ਨੇ ਉਹਨਾਂ ਨੂੰ ਵੀ ਪਰੇਸ਼ਾਨੀਆਂ ਭੁਗਤਣੀਆਂ ਪੈਂਦੀਆਂ। ਇਸ ਕਰਕੇ ਇੱਕ ਬੰਦੇ ਦੀ ਗਲਤੀ ਕਰਕੇ ਸਾਰੇ ਲੋਕਾਂ ਨੂੰ ਪਰੇਸ਼ਾਨੀਆਂ ਆ ਸਕਦੀਆਂ। ਇਸ ਮਾਮਲੇ ਨੂੰ ਲੈ ਕੇ ਸਰਕਾਰ ਨੂੰ ਬਿਲਕੁਲ ਸਹੀ ਗੱਲ ਆ ਕਿ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਜਾਂ ਪ੍ਰਸ਼ਾਸਨਿਕ ਅਧਿਕਾਰੀ ਆ ਉਹਨਾਂ ਨੂੰ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈਣੀ ਚਾਹੀਦੀ ਹੈ ਤਾਂ ਕਿ ਇਹ ਜਿਹੜਾ ਧਾਰਮਿਕ ਮੁੱਦਾ ਨਾ ਬਣੇ, ਇਸ ਮਾਮਲੇ ਤੇ ਕਿਸੇ ਦੀ ਧਾਰਮਿਕ ਭਾਵਨਾ ਨੂੰ ਠੇਸ ਨਾ ਪਹੁੰਚੇ। ਇਸ ਪਾਸੇ ਵੱਲ ਸਾਨੂੰ ਵੱਧ ਕੇ ਦੇਖਣ ਦੀ ਜ਼ਰੂਰਤ ਹੈ ਕਿ ਇਸ ਮਸਲੇ ਨੂੰ ਕਿਵੇਂ ਸ਼ਾਰਟ ਆਊਟ ਕੀਤਾ ਜਾਵੇ। ਕਿਸਾਨੀ ਸੰਘਰਸ਼ ਦੀ ਗੱਲ ਕਰ ਲਈਏ ਸਰ, ਜਿੱਥੇ ਮੌਨਸੂਨ ਇਜਲਾਸ ਦੇ ਦਰਮਿਆਨ ਬਰਾਬਰ ਕਿਸਾਨ ਸੰਸਦ ਲੱਗੀ ਹੋਈ ਹੈ, ਬਿਲਕੁਲ ਜਿਹੜੇ ਕਿਸਾਨੀ ਮੁੱਦੇ ਨੇ ਉਹ ਦੋਵਾਂ ਜਿਹੜੇ ਸਦਨ ਨੇ ਉਹਨਾਂ ਦੇ ਵਿੱਚ ਗੂੰਜ ਰਹੇ ਨੇ। ਤੇ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਦੀ ਜੇ ਗੱਲ ਕਰੀਏ ਤੇ ਉਹਦੇ ਵਿੱਚ ਕੁਝ ਵਿਚਾਰਧਾਰਕ ਮਤਭੇਦ ਜਿਹੜੇ ਨੇ ਸਾਹਮਣੇ ਆਏ ਨੇ। ਗੁਰਨਾਮ ਸਿੰਘ ਚੜੂਨੀ ਜਿਹੜੇ ਹਰਿਆਣਾ ਦੇ ਕਿਸਾਨ ਆਗੂ ਨੇ, ਉਹਨਾਂ ਨੇ ਸੰਯੁਕਤ ਕਿਸਾਨ ਮੋਰਚਾ ਦੇ ਉੱਤੇ ਕੁਝ ਸਵਾਲ ਚੁੱਕੇ ਨੇ ਕਿ ਉਹਨਾਂ ਨੇ ਕਿਹਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਦੇ ਜਿਹੜੇ ਆਗੂ ਨੇ ਉਹਨਾਂ ਦੇ ਨਾਲ ਸਹਿਯੋਗ ਨਹੀਂ ਕਰ ਰਹੇ, ਉਹਨਾਂ ਦੇ ਨਾਲ ਵਿਤਕਰਾ ਕਰ ਰਹੇ ਨੇ। ਸੋ ਬਹੁਤ ਸਾਰੇ ਸਵਾਲ ਉਹਨਾਂ ਵੱਲੋਂ ਚੁੱਕੇ ਗਏ ਨੇ ਤੇ ਉਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਜਿਹੜਾ ਹੈ ਇਸ ਮਾਮਲੇ ਨੂੰ ਸੰਭਾਲਣ ਦੀ ਜਿਹੜੀ ਕੋਸ਼ਿਸ਼ ਹੈ ਜ਼ਰੂਰ ਕਰ ਰਿਹਾ, ਕਿਉਂਕਿ ਜਿਹੜੇ ਬਲਬੀਰ ਸਿੰਘ ਰਾਜੇਵਾਲ ਨੇ ਉਹਨਾਂ ਵੱਲੋਂ ਇੱਕ ਕਮੇਟੀ ਬਣਾਈ ਗਈ ਹੈ ਜਿਹੜੇ ਗੁਰਨਾਮ ਸਿੰਘ ਚੜੂਨੀ ਦਾ ਜਿਹੜਾ ਗੁੱਸਾ ਹੈ ਉਸ ਦੇ ਬਾਰੇ ਜਾਣਨਗੇ ਕਿ ਕੀ ਵਜ੍ਹਾ ਰਹੀ ਹੈ ਔਰ ਉਹਨਾਂ ਦੇ ਨਾਲ ਗੱਲਬਾਤ ਕਰਨਗੇ। ਕੀ ਲੱਗਦਾ ਸਰ ਇਹ ਮਸਲਾ ਸੁਲਝ ਜਾਏਗਾ? ਦੇਖੋ ਕਿਸਾਨੀ ਮਸਲੇ ਦਾ ਜਿਹੜਾ ਆਪਸੀ ਇਹਨਾਂ ਦੇ ਜਿਹੜੇ ਮਤਭੇਦ ਆ ਉਹ ਆਪਾਂ ਪਹਿਲਾਂ ਵੀ ਕਈ ਵਾਰੀ ਜ਼ਿਕਰ ਕਰ ਚੁੱਕੇ ਆ ਕਿ ਜਿਹੜੇ ਕਿਸਾਨ ਆਗੂ ਨੇ ਇਹਨਾਂ ਨੂੰ ਆਪਸੀ ਜਿਹੜੇ ਮਤਭੇਦ ਆ ਉਹ ਦੂਰ ਕਰਨ ਦੀ ਜ਼ਰੂਰਤ ਹੈ। ਸਾਡੇ ਜਿਹੜੇ ਸਰਦਾਰ ਗੁਰਨਾਮ ਸਿੰਘ ਚੜੂਨੀ ਨੇ ਇਹਨਾਂ ਨੇ ਇੱਕੋ ਗੱਲ ਦੀ ਰੱਟ ਲਾਈ ਹੋਈ ਆ ਕਿ ਜਿਹੜੀ ਤੁਹਾਨੂੰ ਖੁਦ ਇਲੈਕਸ਼ਨ ਲੜਨ ਤੋਂ ਬਗੈਰ, ਚੋਣਾਂ ਵਿੱਚ ਉਤਰਨ ਤੋਂ ਬਗੈਰ, ਆਪਣੀ ਸਰਕਾਰ ਬਣਾਏ ਤੋਂ ਬਗੈਰ ਤੁਹਾਡਾ ਕੋਈ ਚਾਰਾ ਨਹੀਂ, ਇਸ ਕਰਕੇ ਤੁਹਾਨੂੰ ਇਲੈਕਸ਼ਨਾਂ ਜਿਹੜਾ ਲੜਨਾ ਚਾਹੀਦਾ। ਪਰ ਜਿਹੜੀਆਂ ਬਾਕੀ ਦੀਆਂ ਧਿਰਾਂ ਨੇ ਸੰਯੁਕਤ ਕਿਸਾਨ ਮੋਰਚਾ ਦੇ ਜਿਹੜੇ ਹੋਰ ਆਗੂ ਨੇ ਉਹ ਚਾਹੁੰਦੇ ਨੇ ਕਿ ਸਾਨੂੰ ਇਲੈਕਸ਼ਨ ਨਹੀਂ ਲੜਨਾ ਚਾਹੀਦਾ, ਜਿਹਦੇ ਨਾਲ ਸਾਡੇ ਜਿਹੜੇ ਅਸਲੀ ਮੁੱਦੇ ਨੇ 3 ਖੇਤੀ ਕਾਨੂੰਨ ਜਾਂ ਕਿਸਾਨਾਂ ਦੀਆਂ ਹੋਰ ਸਮੱਸਿਆਵਾਂ ਦੇ ਜਿਹੜੇ ਮਸਲੇ ਨੇ ਉਹ ਡੀਰੇਲ ਹੋ ਜਾਣਗੇ। ਇਹ ਬਿਲਕੁਲ ਉਹ ਸਹੀ ਗੱਲ ਕਹਿ ਰਿਹਾ ਕਿ ਜਦੋਂ ਤੁਸੀਂ ਇਲੈਕਸ਼ਨ ਵਾਲੇ ਪਾਸੇ ਆ ਗਏ, ਜਿਹੜੀਆਂ ਗੱਲਾਂ ਬੀਜੇਪੀ ਦੇ ਆਗੂ ਜਾਂ ਭਾਰਤ ਸਰਕਾਰ ਦੇ ਜਿਹੜੇ ਨੁਮਾਇੰਦੇ ਕਹਿ ਰਹੇ ਨੇ ਕਿ ਪੋਲਿਟਿਕਸ ਕਰ ਰਹੇ ਨੇ, ਫਿਰ ਉਹਨਾਂ ਨੂੰ ਇੱਕ ਹੋਰ ਆ ਜਿਹੜਾ ਕਹਿਣ ਦਾ ਬਲ ਮਿਲ ਜਾਏਗਾ, ਮੌਕਾ ਮਿਲ ਜਾਏਗਾ। ਇਸ ਨਾਲ ਕਿਸੇ ਨਾ ਕਿਸ ਤਰ੍ਹਾਂ ਨਾਲ ਜਿਹੜੀ ਪੰਜਾਬ ਦੀ ਜਿਹੜਾ ਮਾਹੌਲ ਆ ਉਹ ਸਿਆਸੀ ਸਮੀਕਰਨ ਜਿਹੜੇ ਉਹ ਬਦਲ ਜਾਣਗੇ, ਪੰਜਾਬ ਦੀ ਸਿਆਸਤ ਦੇ ਮਾਇਨੇ ਆ ਜਿਹੜੇ ਉਹ ਬਿਲਕੁਲ ਚੇਂਜ ਹੋ ਜਾਣਗੇ। ਪਰ ਚੜੂਨੀ ਸਾਹਿਬ ਇਸ ਗੱਲ ਤੋਂ ਅੜੇ ਹੋਏ ਨੇ, ਉਹ ਬਾਰ-ਬਾਰ ਜਗ੍ਹਾ ਹਲਕਿਆਂ 'ਚ ਜਾਂਦੇ ਨੇ, ਮੀਟਿੰਗਾਂ ਕਰਦੇ ਨੇ ਕਿ ਤੁਸੀਂ ਇਲੈਕਸ਼ਨ ਲੜੋ। ਦੋਵੇਂ ਗੱਲਾਂ ਨੇ। ਦੇਖੋ ਜੇ ਤੁਸੀਂ ਇਹ ਗੱਲ ਸਹੀ ਆ ਕਿ ਜਦੋਂ ਤੁਸੀਂ ਸਰਕਾਰ ਦੇ ਵਿੱਚ ਹੋਗੇ, ਜਿਹੜੇ ਬੰਦਿਆਂ ਦੀ ਸਰਕਾਰ ਹੋਊਗੀ, ਜਿਹੜੀ ਪਾਰਟੀ ਦੀ ਸਰਕਾਰ ਹੁੰਦੀ ਆ, ਤਾਂ ਬਹੁਤ ਸਾਰੇ ਮਸਲੇ ਆ ਹੱਲ ਕੀਤੇ ਜਾਂਦੇ ਨੇ ਤੇ ਹੱਲ ਹੋ ਵੀ ਜਾਂਦੇ ਨੇ। ਪਿਛਲੇ ਲੰਬੇ ਸਮੇਂ ਤੋਂ ਅਸੀਂ ਦੇਖਦੇ ਆ ਰਹੇ ਨੇ ਕਿ ਜੇ ਕੋਈ ਵੀ ਸਰਕਾਰ ਹੋਵੇ ਉਹਨਾਂ ਨੇ ਜਿਹੜਾ ਕਾਰਪੋਰੇਟ ਘਰਾਣੇ ਨੇ, ਵੱਡੀਆਂ ਕੰਪਨੀਆਂ ਦੇ ਮਾਲਕ ਨੇ, ਉਹਨਾਂ ਦਾ ਪੱਖ ਪੂਰਿਆ, ਉਹਨਾਂ ਦਾ ਪੱਖ ਪੂਰ ਕੇ ਉਹਨਾਂ ਦੇ ਮੁਤਾਬਕ ਜਿਹੜੇ ਫੈਸਲੇ ਲਏ ਜਾਂਦੇ ਨੇ ਜਾਂ ਪਾਲਿਸੀਆਂ ਬਣਾਈਆਂ ਜਾਂਦੀਆਂ ਨੇ, ਕਿਉਂਕਿ ਉਹ ਸਿਆਸੀ ਪਾਰਟੀਆਂ ਨੂੰ ਚੋਣਾਂ ਤੋਂ ਪਹਿਲਾਂ ਵੱਡੀ ਪੱਧਰ ਤੇ ਫੰਡਿੰਗ ਕਰਦੇ ਨੇ, ਚੋਣ ਫੰਡ ਦਿੰਦੇ ਨੇ। ਫਿਰ ਚੋਣ ਫੰਡ ਦੇਣ ਤੋਂ ਬਾਅਦ ਉਹ ਫੈਸਲੇ ਆਪਣੇ ਮੁਤਾਬਕ ਕਰਵਾਉਂਦੇ ਨੇ। ਹੁਣ ਜਿੱਥੇ ਕਿਸਾਨ ਨੇ, ਕਿਸਾਨਾਂ ਦੇ ਕੋਲ ਵੱਡਾ ਵੋਟ ਬੈਂਕ ਤਾਂ ਹੈ, ਪਰ ਇਹ ਜਿਹੜੇ ਕਿਸਾਨ ਨੇ ਸਰਕਾਰ ਨੂੰ ਫੰਡਿੰਗ ਨਹੀਂ ਕਰਦੇ, ਜਿਸ ਕਰਕੇ ਦਾ ਪੋਲੀਟੀਕਲ ਪਾਰਟੀਆਂ ਨੂੰ ਫੰਡਿੰਗ ਨਹੀਂ ਕਰਦੇ, ਜਿਸ ਕਰਕੇ ਬਹੁਤ ਵੱਡਾ ਅੰਤਰ ਹੋ ਰਿਹਾ। ਉਹ ਜਿਹੜੀਆਂ ਵੱਡੇ ਕਾਰਪੋਰੇਟ ਘਰਾਣੇ ਨੇ ਉਹ ਜਦੋਂ ਫੰਡਿੰਗ ਕਰਦੇ ਨੇ ਫਿਰ ਉਹ ਆਪਣੇ ਮੁਤਾਬਕ ਫੈਸਲੇ ਕਰਾਉਂਦੇ ਨੇ। ਜਿੱਥੇ ਜ਼ਮੀਨਾਂ ਲੈਣੀਆਂ ਜਾਂ ਜ਼ਮੀਨਾਂ ਦੇ ਕਬਜ਼ੇ ਲੈਣੇ ਨੇ ਜਾਂ ਆਪਣੇ ਉਹਨਾਂ ਨੇ ਕੋਈ ਉੱਥੇ ਫੈਕਟਰੀ ਲਾਉਣੀ ਆ ਜਾਂ ਕੋਈ ਕੰਪਨੀ ਬਣਾ ਕੇ ਕੋਈ ਉਦਯੋਗ ਦਾ ਜਿਹੜਾ ਖੜਾ ਕਰਨਾ, ਫਿਰ ਉਹ ਜ਼ਮੀਨ ਆ ਜਿਹੜੀ ਸਰਕਾਰ ਵੱਲੋਂ ਐਕਵਾਇਰ ਕਰਾ ਕੇ ਉਹ ਆਪਣੇ ਲੀਜ਼ ਤੇ ਲੈ ਕੇ ਆਪਣਾ ਜਿਹੜਾ ਵੱਡਾ
ਉਹ ਸ਼ੁਰੂ ਕਰਦੇ ਨੇ ਸਰਕਾਰ ਨੂੰ ਦਬਾ ਕੇ, ਚਾਹੇ ਵੀ ਅਸੀਂ ਬਿਜਲੀ ਸਸਤੀ ਲੈਣੀ ਆ, ਸਾਨੂੰ ਟੈਕਸਾਂ ਦੇ ਵਿੱਚ ਮਾਫ ਕੀਤੀ ਜਾਵੇ ਜਾਂ GST ਘਟਾਇਆ ਜਾਵੇ, ਤਰ੍ਹਾਂ ਤਰ੍ਹਾਂ ਦੇ ਉਹ ਸਰਕਾਰ ਦੇ ਗਲ ਦੇ ਵਿੱਚ ਅੰਗੂਠਾ ਦੇ ਕੇ ਕਾਰਪੋਰੇਟ ਆਪਣਾ ਫੈਸਲਾ ਕਰਵਾਉਂਦੇ ਨੇ। ਪਰ ਕਿਸਾਨਾਂ ਕੋਲ ਇੱਕੋ ਇੱਕ ਕੀ ਆ, ਉਹਨਾਂ ਕੋਲ ਹੈਗੀ ਆ ਵੋਟ। ਇਸ ਕਰਕੇ ਕਿਤਨਾ ਕਿਤੇ ਜਿਹੜਾ ਇਹ ਪੇਚ ਆ, ਜਾਂ ਆਪਾਂ ਕਹਿ ਸਕਦੇ ਵੀ ਦੋਵੇਂ ਪਾਸੇ ਜਿਹੜਾ ਅੰਤਰ ਆ ਉਹ ਬਹੁਤ ਵੱਡਾ ਬਣਿਆ ਹੋਇਆ। ਹੁਣ ਕਿਸਾਨ ਭਾਈਚਾਰੇ ਨੂੰ ਵੀ ਜਾਂ ਤਾਂ ਇੱਕ ਦੇਖੋ ਇੱਕ ਇਲੈਕਸ਼ਨ ਹੋਣੇ ਆ, ਠੀਕ ਆ ਕਿ ਉਹ ਇਲੈਕਸ਼ਨ ਨਾ ਲੜਨ, ਪਰ ਉਹਨਾਂ ਨੂੰ ਇੱਕ ਕਤਾਰ ਖਿੱਚ ਕੇ ਇਹ ਦੱਸਣਾ ਪਵੇਗਾ ਕਿ ਕਿਹੜੀ ਪਾਰਟੀ ਦੇ ਨਾਲ ਜਾਂ ਕਿਹੜੇ ਉਮੀਦਵਾਰ ਦੀ ਉਹਨਾਂ ਨੇ ਮਦਦ ਕਰਨੀ ਹੈ ਤੇ ਖੜਨਾ ਪਵੇਗਾ ਕਿ ਕਿਹੜੇ ਉਹਨਾਂ ਦੇ ਮਸਲਿਆਂ ਦੇ ਹੱਲ ਕਰਨਗੇ। ਹੁਣ ਤੱਕ ਜਿਹੜੀਆਂ ਰਵਾਇਤੀ ਪਾਰਟੀਆਂ ਨੇ, ਜਿਹੜੀਆਂ ਪਿਛਲੇ ਸਮੇਂ ਤੇ ਰਾਜ ਕਰਨ ਵਾਲੇ ਲੋਕ ਰਹੇ ਨੇ, ਹੁਕਮਰਾਨ ਰਹੇ ਨੇ, ਉਹਨਾਂ ਨੇ ਹਮੇਸ਼ਾ ਕਿਸਾਨਾਂ ਦੇ ਨਾਮ ਤੇ, ਦਲਿਤਾਂ ਦੇ ਨਾਮ ਤੇ, ਵਿਦਿਆਰਥੀਆਂ ਦੇ ਨਾਮ ਤੇ ਉਹਨਾਂ ਨੂੰ ਗੁੰਮਰਾਹ ਕੀਤਾ ਕਿ ਅਸੀਂ ਇਹ ਕਰਾਂਗੇ, ਅਸੀਂ ਉਹ ਕਰਾਂਗੇ। ਕੀਤਾ ਕੁਝ ਨਹੀਂ ਤੇ ਪੱਲੇ ਪਿਆ ਜੇ ਕੀਤਾ ਉਹਨਾਂ ਨੇ ਤਾਂ ਆਪਣੇ ਵਾਸਤੇ ਕੀਤਾ, ਆਪਣੀਆਂ ਘਰਾਂ ਵਾਸਤੇ ਕੀਤਾ, ਆਪਣੇ ਰਿਸ਼ਤੇਦਾਰਾਂ ਵਾਸਤੇ ਕੀਤਾ, ਆਪ ਸਾਰਾ ਕੁਝ ਬਣਾਇਆ। ਆਮ ਲੋਕਾਂ ਦੇ ਜੇ ਪੱਲੇ ਪਈ ਆ ਤਾਂ ਇਹ ਨਿਰਾਸ਼ਾ ਪਈ ਆ, ਜਾਂ ਡਾਂਗਾਂ ਪਈਆਂ, ਸੋਟੀਆਂ ਪਈਆਂ, ਪਾਣੀ ਦੀਆਂ ਵਿਛਾੜਾਂ ਪਈਆਂ। ਠੀਕ ਆ ਵੀ ਇਸ ਪਾਸੇ ਦੇ ਵੱਲ ਜਿਹੜੀ ਨੌਜਵਾਨ ਪੀੜ੍ਹੀ ਹੈ ਜਾਂ ਕਿਸਾਨ ਆ, ਉਹਨਾਂ ਨੂੰ ਕੋਈ ਨਾ ਕੋਈ ਫੈਸਲਾ ਜ਼ਰੂਰ ਲੈਣਾ ਪਵੇਗਾ। ਇਸ ਮਾਮਲੇ ਦੇ ਵਿੱਚ ਵੀ ਗੁਰਨਾਮ ਸਿੰਘ ਚੜੂਨੀ ਉਹਨਾਂ ਨੂੰ ਵੀ ਇਹ ਕਾਹਲਬਾਜ਼ੀ ਆ ਜਿਹੜੀ ਉਹ ਨਹੀਂ ਕਰਨੀ ਚਾਹੀਦੀ। ਖਾਸ ਤੌਰ ਤੇ ਜਿਸ ਤਰੀਕੇ ਦੀਆਂ ਸਟੇਟਮੈਂਟਸ ਮੀਡੀਆ ਸਾਹਮਣੇ ਦੇ ਰਹੇ ਨੇ, ਇਸ ਦੇ ਨਾਲ ਸੰਘਰਸ਼ ਨੂੰ ਕਮਜ਼ੋਰ ਕੀਤਾ ਜਾ ਸਕਦਾ ਹੈ। ਹਾਂ, ਉਹਦੇ ਨਾਲ ਕੀ ਗੱਲ ਹੋ ਰਹੀ ਹੈ ਦੇਖੋ, ਉਹਦੇ ਨਾਲ ਗੁਰਨਾਮ ਸਿੰਘ ਚੜੂਨੀ ਦੀ ਜਿਹੜੀ ਭਰੋਸੇਯੋਗਤਾ ਹੈ ਜਾਂ ਉਹਦੀ ਕਾਬਲੀਅਤ ਆ ਜਾਂ ਜਿਹੜਾ ਉਹਦਾ ਕੰਮ ਕਰਨ ਦਾ ਸਟਾਈਲ ਆ, ਉਹਦੇ ਪਰ ਸ਼ੱਕ ਕੀਤਾ ਜਾ ਰਿਹਾ। ਉਹ ਇਸ ਕਰਕੇ ਵੀ ਕੀਤਾ ਜਾ ਰਿਹਾ ਕਿਉਂਕਿ ਗੁਰਨਾਮ ਸਿੰਘ ਚੜੂਨੀ ਮੂਲ ਰੂਪ ਦੇ ਵਿੱਚ ਹਰਿਆਣੇ ਨੂੰ ਬਿਲੋਂਗ ਕਰਦੇ ਨੇ। ਉਹਨਾਂ ਦੀ ਜਿਹੜੀ ਕਿਸਾਨ ਯੂਨੀਅਨ ਆ ਉਹ ਹਰਿਆਣੇ ਦੇ ਵਿੱਚ ਹੁਣ ਤੱਕ ਕੰਮ ਕਰਦੀ ਰਹੀ ਹੈ। ਇਹ ਤਾਂ ਹੁਣ ਇਹ 3 ਖੇਤੀ ਕਾਨੂੰਨ ਹੋਇਆ, ਸਾਰਾ ਸੰਯੁਕਤ ਕਿਸਾਨ ਮੋਰਚਾ ਬਣਿਆ। ਹੁਣ ਉਹਨਾਂ ਨੇ ਜਿਹੜੀਆਂ ਆਪਣੀਆਂ ਸਾਰੀਆਂ ਸਰਗਰਮੀਆਂ ਉਹ ਪੰਜਾਬ ਦੇ ਵਿੱਚ ਕੀਤੀਆਂ ਹੋਈਆਂ, ਜਿਸ ਕਰਕੇ ਲੋਕਾਂ ਨੂੰ ਵੀ ਇਹ ਲੱਗ ਰਿਹਾ ਤੇ ਸੰਯੁਕਤ ਕਿਸਾਨ ਮੋਰਚਾ ਨੂੰ ਕਿ ਇਹ ਜਾਣਬੁੱਝ ਕੇ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਆ ਉਹ ਖਰਾਬ ਕਰ ਰਹੇ ਨੇ। ਇਸ ਕਰਕੇ ਉਹਨੂੰ ਰੋਕਣ ਦੀ ਜ਼ਰੂਰਤ ਆ। ਜੇਕਰ ਇਹੀ ਪੰਜਾਬ ਦੇ ਆਗੂ ਹਰਿਆਣੇ ਦੇ ਵਿੱਚ ਜਾ ਕੇ ਕੁਝ ਕਰਨਗੇ ਤਾਂ ਹਰਿਆਣੇ ਦੇ ਵਿੱਚ ਵੀ ਫਿਰ ਮਾਹੌਲ ਖਰਾਬ ਹੋ ਸਕਦਾ ਹੈ। ਇਸ ਕਰਕੇ ਕਿਤੇ ਨਾ ਕਿਤੇ ਜਿਹੜੀ ਅੰਦਰਲੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਉਹ ਰਕੇਸ਼ ਟਕੈਤ ਤੇ ਗੁਰਨਾਮ ਸਿੰਘ ਚੜੂਨੀ ਦੇ ਵਿੱਚ ਆ, ਜਿਹੜੀ ਉਹ ਬਣ ਨਹੀਂ ਰਹੀ ਕਿਤੇ ਨਾ ਕਿਤੇ। ਅਸਲ ਗੱਲ ਇਹ ਨਿਕਲ ਕੇ ਆ ਰਹੀ ਹੈ ਕਿਉਂਕਿ ਰਕੇਸ਼ ਟਕੈਤ ਹੋਰਾਂ ਨੇ ਜਿਹੜੇ ਹਰਿਆਣੇ ਦੇ ਕੁਝ ਪਿੰਡ ਨੇ ਜਾਂ ਹਰਿਆਣੇ ਦੇ ਕੁਝ ਜ਼ਿਲ੍ਹੇ ਨੇ, ਉੱਥੇ ਉਹਨਾਂ ਨੇ ਜਿਹੜੀਆਂ ਮੀਟਿੰਗਾਂ ਕੀਤੀਆਂ ਜਾਂ ਆਪਣੀ ਸਰਗਰਮੀ ਵਧਾਈ ਆ, ਜਿਸ ਕਰਕੇ ਹੁਣ ਜਿਹੜੇ ਗੁਰਨਾਮ ਸਿੰਘ ਚੜੂਨੀ ਆ ਇਹਨਾਂ ਨੇ ਪੰਜਾਬ ਵਾਲੇ ਪਾਸੇ ਵਧਾਤੀ ਕਿਉਂਕਿ ਪੰਜਾਬ ਦੇ ਵਿੱਚ ਵੀ ਇਲੈਕਸ਼ਨ ਨੇ ਤੇ ਯੂਪੀ ਦੇ ਵਿੱਚ ਵੀ ਇਲੈਕਸ਼ਨ ਨੇ। ਇਸ ਕਰਕੇ ਜਿਹੜੀ ਇਲੈਕਸ਼ਨਾਂ ਨੂੰ ਲੈ ਕੇ ਜਿਹੜੀ ਅਗਲੀ ਰਣਨੀਤੀ ਆ ਉਹ ਬਣਾਈ ਜਾ ਰਹੀ ਆ ਕਿ ਕਿਵੇਂ ਤੇ ਕਿਵੇਂ ਕਰਨਾ। ਜੇਕਰ ਗੁਰਨਾਮ ਸਿੰਘ ਚੜੂਨੀ ਨੇ ਜਿਵੇਂ ਉਹ ਖੁੱਲ੍ਹ ਕੇ ਕਹਿ ਰਿਹਾ ਇਲੈਕਸ਼ਨ ਲੜਨੀ ਹੈ ਜਾਂ 117 ਪਰ ਸੀਟਾਂ ਇਲੈਕਸ਼ਨ ਲੜੀ ਜਾਵੇਗੀ, ਤਾਂ ਇਹ ਗੱਲ ਉਹਨਾਂ ਨੂੰ ਕਲੀਅਰਲੀ ਕਹਿ ਦੇਣਾ ਚਾਹੀਦਾ ਜਾਂ ਕਿਸੇ ਪੋਲੀਟੀਕਲ ਪਾਰਟੀ ਨਾਲ ਉਹਨਾਂ ਨੂੰ ਬੈਠ ਕੇ ਸੈਟਅਪ ਕਰ ਲੈਂਦੇ ਵੀ ਸਾਡੇ ਆਹ ਮਸਲੇ ਆ, ਸਾਡੀਆਂ ਆਹ ਸੀਟਾਂ ਪਰ ਅਸੀਂ ਲੜਨਾ, ਉਹਨਾਂ ਨੂੰ ਸਮਝੌਤਾ ਕਰ ਲੈਣਾ ਚਾਹੀਦਾ। ਜੇ ਉਹ ਸਿੱਧੇ 117 ਸੀਟਾਂ ਪਰ ਉਤਾਰ ਦੇਣਾ ਤਾਂ ਕਿਤਨਾ ਕਿਤੇ ਇਹ ਵੀ ਹੋ ਸਕਦਾ ਕਿ ਤੁਹਾਡੇ ਬੰਦੇ ਜਿੱਤ ਵੀ ਸਕਦੇ ਨੇ ਤੇ ਤੁਹਾਡੇ ਬੰਦੇ ਜਿਹੜੇ ਹਾਰ ਵੀ ਸਕਦੇ ਨੇ, ਜਿਹਦੇ ਨਾਲ ਇਹ ਹੋਊਗਾ ਕਿ ਉਹ ਲੋਕ ਜਿਨ੍ਹਾਂ ਨੂੰ ਤੁਸੀਂ ਨਹੀਂ ਚਾਹੁੰਦੇ, ਜਿਨ੍ਹਾਂ ਨੇ ਹੁਣ ਤੱਕ ਪੰਜਾਬ ਦੀ ਕਿਸਾਨੀ ਦਾ, ਪੰਜਾਬ ਦੇ ਕਿਸਾਨਾਂ ਦਾ, ਪੰਜਾਬ ਦੇ ਬੇਰੁਜ਼ਗਾਰਾਂ ਦਾ ਜਾਂ ਨੌਜਵਾਨਾਂ ਦਾ ਜਾਂ ਦਲਿਤਾਂ ਦਾ ਕਿਸੇ ਦਾ ਨੁਕਸਾਨ ਕੀਤਾ, ਫਿਰ ਕਿਤੇ ਨਾ ਕਿਤੇ ਇਹ ਨਾ ਹੋਵੇ ਕਿ ਤੁਹਾਡੇ ਜਿਹੜਾ ਵੋਟ ਬੈਂਕ ਦੇ ਵੰਡ ਹੋਣ ਨਾਲ ਉਹ ਲੋਕ ਫਿਰ ਕੁਰਸੀਆਂ ਪਰ ਬਿਰਾਜਮਾਨ ਹੋ ਜਾਣ, ਜਿਹੜੇ ਪਿਛਲੇ ਲੰਬੇ ਸਮੇਂ ਤੋਂ, ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਦਾ ਨੁਕਸਾਨ ਕਰਦੇ ਆ ਨੇ। ਇਸ ਕਰਕੇ ਸਭ ਸੋਚ ਵਿਚਾਰ ਕਰਕੇ ਹੀ ਫੈਸਲਾ ਲੈਣ ਦੀ ਜ਼ਰੂਰਤ ਆ ਤੇ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਸਮੂਹ ਆਗੂ ਆ ਉਹਨਾਂ ਨੂੰ ਇਸ ਪਾਸੇ ਵੱਲ ਬੈਠ ਕੇ ਮੰਥਨ ਕਰਨ ਦੀ ਜ਼ਰੂਰਤ ਹੈ ਕਿਉਂਕਿ ਇਹ ਮਾਮਲਾ ਜਿਹੜਾ ਕਿਸਾਨੀ ਨਾਲ ਜੁੜਿਆ ਹੋਇਆ। ਇਹ ਵੀ ਹੋ ਸਕਦਾ ਹੈ ਕਿ ਕੱਲ੍ਹ ਨੂੰ ਦੇਖੋ ਹਰਿਆਣੇ ਦੇ ਵਿੱਚ, ਪੰਜਾਬ ਦੇ ਵਿੱਚ ਕਿਸਾਨਾਂ ਦਾ ਵਿਰੋਧ ਹੋ ਰਿਹਾ ਹੈ। ਕਿਸਾਨ ਆ ਮਤਲਬ ਸਰਕਾਰਾਂ, BJP ਆਗੂਆਂ ਦਾ ਸਰਕਾਰਾਂ ਦਾ ਵਿਰੋਧ ਕਰ ਰਹੇ ਨੇ। ਕੱਲ੍ਹ ਨੂੰ ਇਹੋ ਜਿਹੀ ਗੱਲ ਹੋ ਗਈ ਕਿ ਜਿਵੇਂ ਦੂਜੇ ਆਗੂ ਉੱਥੇ ਦਿੱਲੀ ਬੈਠੇ ਨੇ, ਪੰਜਾਬ ਦੇ ਆਗੂ ਦਿੱਲੀ ਬੈਠੇ ਨੇ, ਉਹ ਕੁਝ ਕਰ ਨਹੀਂ ਰਹੇ। ਕੱਲ੍ਹ ਨੂੰ ਪੰਜਾਬ ਸਰਕਾਰ ਹੀ ਕਿਵੇਂ ਨਾ ਕਿਵੇਂ ਕਿਸਾਨਾਂ ਦੇ ਨਾਲ ਉਹਨਾਂ ਸਿੱਧਾ ਕੋਈ ਟੱਕਰ ਲੈ ਲਵੇ ਜਾਂ ਰੋਕਣ ਲੱਗ ਜਾਵੇ, ਟਕਰਾਅ ਪੈਦਾ ਹੋ ਜਾਵੇ, ਉਹ ਫਿਰ ਟਕਰਾਅ ਪੈਦਾ ਹੋ ਜਾਊਗਾ, ਕੋਈ ਨੁਕਸਾਨ ਹੋ ਜਾਊਗਾ। ਨੁਕਸਾਨ ਹੋਣ ਨਾਲ ਫਿਰ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਹੋਊਗਾ। ਸਰਕਾਰ ਦੀ ਕਿਤੇ ਨਾ ਕਿਤੇ ਜਿਹੜੀ ਬਲੇਬਾਜ਼ੀ ਦੀ ਗੱਲ ਆ ਜਿਹੜੀ ਉਹ ਭਖ ਸਕਦੀ ਆ। ਉਹੀ ਗੱਲ ਫਿਰ ਉਹ ਲੋਕ ਕਾਮਯਾਬ ਹੋ ਜਾਣਗੇ ਜਿਹੜੇ ਪੰਜਾਬ ਦੇ ਵਿੱਚ ਇੱਕ ਪੋਲਰਾਈਜੇਸ਼ਨ ਦੀ ਗੱਲ ਕਰਨਾ ਚਾਹੁੰਦੇ ਆ, ਪੰਜਾਬ ਦੇ ਲੋਕਾਂ ਨੂੰ ਵੰਡਣਾ ਚਾਹੁੰਦੇ ਨੇ, ਉਹ ਕਿਤੇ ਨਾ ਕਿਤੇ ਕਾਮਯਾਬ ਹੋ ਸਕਦੇ ਨੇ। ਇਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ
ਸਮਝਣ ਦੀ ਜ਼ਰੂਰਤ ਹੈ। ਬਹੁਤ ਬਹੁਤ ਸ਼ੁਕਰੀਆ ਸੀ ਸਾਡੇ ਨਾਲ ਜੁੜਨ ਲਈ। ਇਹ ਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਜੈ ਸਿੰਘ ਛਿੱਬਰ, ਜਿਨ੍ਹਾਂ ਦੇ ਨਾਲ ਅਸੀਂ ਸਪੈਸ਼ਲ ਰਿਪੋਰਟ ਦੇ ਵਿੱਚ ਸਪੈਸ਼ਲ ਮੁੱਦਿਆਂ ਤੇ ਗੱਲਬਾਤ ਕੀਤੀ। ਖਾਸ ਤੌਰ ਤੇ ਗੱਲਬਾਤ ਕੀਤੀ ਹੈ ਕਿ ਅਕਸਰ ਅਸੀਂ ਬੇਰੁਜ਼ਗਾਰੀ ਦਾ ਜ਼ਿਕਰ ਕਰਦੇ ਰਹਿੰਦੇ ਹਾਂ ਕਿ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦੀ ਮਾਰ ਹੈ, ਪਰ ਲੰਘੇ ਦਿਨੀ ਜਿਸ ਤਰੀਕੇ ਦੇ ਨਾਲ ਪਟਵਾਰੀ ਦੀ ਭਰਤੀ ਦਾ ਟੈਸਟ ਦੇਣ ਲਈ ਪੰਜਾਬ ਦੇ ਨੌਜਵਾਨ 1100 ਅਸਾਮੀਆਂ ਦੇ ਪਿੱਛੇ 2,33,000 ਨੌਜਵਾਨ ਮੁੰਡੇ ਕੁੜੀਆਂ ਪਹੁੰਚੇ, ਉਸਨੇ ਇਸ ਸਾਬਿਤ ਕਰ ਦਿੱਤਾ ਕਿ ਕਿਸ ਤਰੀਕੇ ਦੇ ਨਾਲ ਬੇਰੁਜ਼ਗਾਰੀ ਦੀ ਦਰ ਪੰਜਾਬ ਦੇ ਵਿੱਚ ਫੈਲੀ ਹੋਈ ਹੈ। ਔਰ ਨਾਲ ਹੀ ਗੱਲਬਾਤ ਕੀਤੀ ਕਿ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਜਿਹੜੇ ਵਿਚਾਰਧਾਰਕ ਮਤਭੇਦ ਨੇ ਉਹ ਪੈਦਾ ਹੋਏ ਨੇ। ਗੁਰਨਾਮ ਸਿੰਘ ਚੜੂਨੀ ਵਰਸਸ ਸੰਯੁਕਤ ਕਿਸਾਨ ਮੋਰਚਾ ਦੇ ਜਿਹੜੇ ਆਗੂ ਨੇ ਉਹਨਾਂ ਦੇ ਵਿੱਚ ਥੋੜੀ ਬਹੁਤ ਕਹਾ ਸੁਣੀ ਹੋਈ ਹੈ, ਔਰ ਬਲਬੀਰ ਸਿੰਘ ਰਾਜੇਵਾਲ ਜਿਹੜੇ ਨੇ ਇਸ ਮਸਲੇ ਨੂੰ ਸੁਲਝਾਉਣ ਦੇ ਲਈ ਇੱਕ ਕਮੇਟੀ ਦਾ ਜਿਹੜਾ ਗਠਨ ਹੈ ਉਹ ਕੀਤਾ ਗਿਆ ਹੈ। ਫਿਰ ਹਾਜ਼ਰ ਹੋਵਾਂਗੇ ਸਪੈਸ਼ਲ ਰਿਪੋਰਟ ਦੇ ਅਗਲੇ ਐਪੀਸੋਡ ਦੇ ਵਿੱਚ। ਤਦ ਤੱਕ ਲਈ ਤੁਸੀਂ ਵੇਖਦੇ ਰਹੋ ਪੰਜਾਬ ਸਟਾਰ ਟੀਵੀ। ਧੰਨਵਾਦ।